आवाज़ मनप्रीत सहोता। किश्त दूसरी। ਵਿਸਾਖੀ ਦਾ ਮੇਲਾ। ਸਲੇਟੀ ਰੰਗਾ ਦਿਨ ਸੀ। ਬੀਤੇ ਹੋਏ ਦਿਨ ਇੱਕ ਇੱਕ ਕਰਕੇ ਪੂਰੋ ਦੀਆਂ ਅੱਖਾਂ ਅੱਗੋਂ ਲੰਘ ਗਏ। ਬੋਰੀ ਦੇ ਇੱਕ ਟੋਟੇ ਨੂੰ ਪੈਰਾਂ ਹੇਠ ਲੈ ਕੇ ਉਹ ਪੱਥਰ ਦੀ ਪੱਥਰ ਬਣੀ ਉਹਨਾਂ ਨੂੰ ਵੇਂਦੀ ਰਹੀ। ਬਾਹਰਲੇ ਬੂਹੇ ਨੂੰ ਧੱਕ ਕੇ ਰਸ਼ੀਦਾ ਅੰਦਰਲੇ ਦਲਾਨ ਵਿੱਚ ਆ ਖਲੋਤਾ। ਉਸ ਨੂੰ ਜਿਵੇਂ ਖੜਾਕ ਵੀ ਨਾ ਸੁਣੀ ਵਿਆ, ਉਸ ਨੂੰ ਜਿਵੇਂ ਕੋਈ ਅੰਦਰ ਆਉਂਦਾ ਵੀ ਨਾ ਦਿਖੀ ਵਿਆ। ਉਹ ਬੈਠੀ ਦੀ ਬੈਠੀ ਰਹੀ। ਰਸ਼ੀਦੇ ਨੂੰ ਖੌਰੇ ਸੱਚੀ ਮੁੱਚੀ ਹੀ ਪੂਰੋ ਨਾਲ ਪਿਆਰ ਸੀ। ਰਸ਼ੀਦਾ ਚੁਪਾਤੇ ਜਿਹੇ ਆ ਕੇ ਉਸ ਕੋਲ ਬਹਿ ਗਿਆ। ਰੱਬ ਦੀਏ ਬੰਦੀਏ, ਰਸ਼ੀਦੇ ਨੇ ਆਪਣੀ ਇੱਕ ਬਾਂਹ ਪੂਰੋ ਦੇ ਦੁਆਲੇ ਵਲਾ ਦਿੱਤੀ। ਉਹ ਅੱਜ ਓੜਕਾਂ ਦੀ ਉਦਾਸ ਸੀ। ਉਹ ਨਾ ਹਿੱਲ ਸਕੀ ਨਾ ਕੂ ਸਕੀ। ਰਸ਼ੀਦਾ ਉਹਨੂੰ ਦੁਲਾਰਦਾ ਰਿਹਾ। ਫਿਰ ਕਿੰਨੇ ਹੀ ਚਿਰ ਪਿੱਛੋਂ ਪੂਰੋ ਨੇ ਆਖਿਆ, ਅੱਜ ਮੈਨੂੰ ਇਉਂ ਲੱਗਦਾ ਹੈ ਜਿਵੇਂ ਮੇਰੇ ਅੰਦਰ ਕੋਈ ਮੇਰੀਆਂ ਆਂਦਰਾਂ ਨੂੰ ਕੁਤਰਦਾ ਪਿਆ ਹੋਵੇ। ਰਸ਼ੀਦਾ ਹੱਸਦਾ ਰਿਹਾ। ਪੂਰੋ ਦਾ ਜੀ ਥਾਵੇਂ ਪਾਉਂਦਾ ਰਿਹਾ। ਫਿਰ ਰਸ਼ੀਦੇ ਨੇ ਚੁੱਲ੍ਹੇ ਵਿੱਚ ਬੁੱਝੀ ਅੱਗ ਨੂੰ ਸੁਲਗਾਇਆ ਤੇ ਪੂਰੋ ਨੂੰ ਕੋਲ ਬਿਠਾ ਕੇ ਆਪ ਇੱਕ ਛੋਟੇ ਪਤੀਲੇ ਵਿੱਚ ਬਟੇਰੇ ਭੁੰਨਣ ਲੱਗ ਪਿਆ। ਨਾ ਤੂੰ ਕਿਤੇ ਬਾਹਰ ਅੰਦਰ ਜਾਨੀ ਏ, ਨਾ ਤੂੰ ਕਿਸੇ ਨੂੰ ਮਿਲਣੀ ਜੁਲਣੀ ਏ। ਇੰਜ ਦੇ ਬੰਦੇ ਦਾ ਖਾਮਖਾ ਜੀ ਹੁਸੜ ਪੈਂਦਾ ਏ। ਰਸ਼ੀਦੇ ਨੇ ਕੁਝ ਚਿਰ ਠਹਿਰ ਕੇ ਆਖਿਆ, ਕਿੱਥੇ ਜਾਵਾਂ? ਮੇਰਾ ਹੋਰ ਥਾਂ ਹੀ ਕਿਹੜਾ ਏ? ਪੂਰੋ ਨੇ ਡਾਢਾ ਹਿਰਾਸ ਕੇ ਕਿਹਾ, ਹੁਣ ਤੂੰ ਘਰ ਦੀ ਸਵਾਣੀ ਏ। ਹੋਰ 4 ਦਿਨਾਂ ਨੂੰ ਤੇਰੇ ਵਿਹੜੇ ਵਿੱਚ ਇੱਕ ਜੀ ਖੇਡੇਗਾ। ਮੇਰੀ ਖਾਤਰ ਨਾ ਸਹੀ, ਉਹਦੀ ਖਾਤਰ ਹੀ ਸਹੀ। ਤੈਨੂੰ ਦਿਲ ਨਹੀਂ ਡੁਲਾਉਣਾ ਚਾਹੀਦਾ। ਉਸ ਸ਼ੋਧੇ ਨੇ ਤੇਰਾ ਕੀ ਵਿਗਾੜਿਆ ਏ? ਰਸ਼ੀਦੇ ਨੂੰ ਆਪਣੇ ਹੋਣ ਵਾਲੇ ਬੱਚੇ ਦਾ ਖਿਆਲ ਆਇਆ। ਉਹਨੇ ਪੂਰੋ ਨੂੰ ਉਸੇ ਦਾ ਵਾਸਤਾ ਚਾਹ ਪਾਇਆ। ਪੂਰੋ ਨੂੰ ਫੇਰ ਉਹ ਮਟਰਾਂ ਵਿੱਚੋਂ ਨਿਕਲੀ ਹੋਈ ਸੁੰਡੀ ਚੇਤੇ ਆ ਗਈ, ਜਿਸ ਸੁੰਡੀ ਨੂੰ ਵੇਖ ਕੇ ਕਿਸੇ ਦਾ ਜੀ ਮਤਲਾ ਜਾਏ, ਜਿਸ ਸੁੰਡੀ ਨਾਲ ਲੱਗੇ ਹੋਏ ਮਟਰਾਂ ਨੂੰ ਵੀ ਕੋਈ ਪਰੇ ਸੁੱਟ ਛੱਡੇ। ਲਿਆ, ਬਟੇਰਿਆਂ ਦੇ ਮਸਾਲੇ ਵਿੱਚ ਥੋੜੇ ਜਿਹੇ ਮਟਰ ਸੁੱਟਣੇ ਨਹੀਂ? ਰਸ਼ੀਦੇ ਨੇ ਪੂਰੋ ਦੇ ਮੂਹਰੇ ਖਿਲਰੇ ਹੋਏ ਮਟਰਾਂ ਵੱਲ ਤੱਕ ਕੇ ਆਖਿਆ, ਮਟਰ ਤੇ ਸਾਰੇ ਪੱਕੇ ਹੋਏ ਨੇ। ਮਟਰਾਂ ਦੀ ਕਿਹੜੀ ਬਹਾਰ ਏ? ਉੱਤੋਂ ਵਿਸਾਖ ਚੜ੍ਹਨ ਲੱਗਾ ਏ। ਪੂਰੋ ਨੂੰ ਪਤਾ ਸੀ ਅੱਜ ਉਸ ਕੋਲੋਂ ਮਟਰ ਨਹੀਂ ਖਾਧੇ ਜਾਣੇ। ਹਾਂ ਸੱਚ, ਕੱਲ੍ਹ ਤੇ ਵਿਸਾਖੀ ਵਾਲਾ ਭਾਰਾ ਮੇਲਾ ਲੱਗਣਾ ਏ। ਰਸ਼ੀਦੇ ਨੇ ਸਹਿਜ ਸੁਭਾਅ ਆਖਿਆ। ਵਿਸਾਖੀ, ਵਿਸਾਖੀ। ਪੂਰੋ ਦੇ ਕੰਨਾਂ ਵਿੱਚ ਗੂੰਜਣ ਲੱਗ ਪਿਆ ਤੇ ਉਹ ਪਰਾਤ ਵਿੱਚ 2-3 ਮੁੱਠਾਂ ਆਟਾ ਪਾ ਕੇ ਗੁੰਨਣ ਲੱਗ ਪਈ ਕਿ ਉਹਦਾ ਧਿਆਨ ਹੋਰ ਥੇ ਜਾ ਪਵੇ। ਅੱਜ ਤੇ ਮੇਰਾ ਜੀ ਕਰਦਾ ਏ ਗੁੜ ਪਾ ਕੇ ਸੇਵੀਆਂ ਬਣਾਈਏ, ਰਸ਼ੀਦੇ ਨੇ ਆਖਿਆ। ਪੂਰੋ ਨੇ ਚੁਪਾਤੇ ਜਿਹੇ ਅੰਦਰੋਂ ਸੇਵੀਆਂ ਤੇ ਗੁੜ ਕੱਢ ਲਿਆਂਦਾ। ਉਸ ਵੇਲੇ ਪੂਰੋ ਨੂੰ ਯਾਦ ਆਇਆ, ਕਿੰਨੇ ਚਿਰਾਂ ਦੀ ਗੱਲ ਸੀ। ਇੱਕ ਦਿਹਾੜੇ ਉਸਦੀ ਮਾਂ ਬਹਿ ਕੇ ਸੂਜੀ ਦੀਆਂ ਸੇਵੀਆਂ ਵੱਟਦੀ ਪਈ ਸੀ ਤੇ ਉਸਨੇ ਕਿਹਾ ਸੀ, ਮਾਂ ਨਹੀਂ ਮਾਂ, ਮੇਰਾ ਤੇ ਮਸ਼ੀਨ ਨਾਲ ਵੱਟੀਆਂ ਹੋਈਆਂ ਸੇਵੀਆਂ ਖਾਣ ਤੇ ਜੀ ਕਰਦਾ ਏ। ਤੇ ਅੱਗੋਂ ਮਾਂ ਨੇ ਪੈਂਦੀ ਸੱਟੇ ਕਿਹਾ ਸੀ, ਜਾ ਨਹੀਂ ਭੈੜੀਏ, ਉਹ ਤੇ ਮੁਸਲਮਾਨ ਖਾਂਦੇ ਨੇ। ਇਹ ਗੱਲ ਯਾਦ ਕਰਕੇ ਪਹਿਲਾਂ ਤੇ ਪੂਰੋ ਦੇ ਅੱਥਰੂ ਭਰ ਆਏ, ਫਿਰ ਉਹਦਾ ਹਾਸਾ ਨਿਕਲ ਗਿਆ। ਰਸ਼ੀਦਾ ਉਸ ਦੇ ਹਾਸੇ ਨੂੰ ਪੁੱਛਦਾ ਰਿਹਾ। ਪੂਰੋ ਨੇ ਉਹ ਗੱਲ ਸੁਣਾ ਦਿੱਤੀ। ਸੁਣਾਉਂਦੀ ਸੁਣਾਉਂਦੀ ਦਾ ਫੇਰ ਰੋਣ ਨਿਕਲ ਗਿਆ। ਰਸ਼ੀਦਾ ਸ਼ਰਮਿੰਦਾ ਜਿਹਾ ਹਾਸਾ ਹੱਸਦਾ ਰਿਹਾ। ਅਗਲੀ ਭਲਕ ਜਦੋਂ ਪੂਰੋ ਸੁੱਤੀ ਉੱਠੀ, ਪਿੰਡ ਵਿੱਚ ਵਿਸਾਖੀ ਦੇ ਢੋਲ ਵੱਜਦੇ ਪਏ ਸਨ। ਪਹਿਲਾਂ ਤੇ ਉਹ ਕੰਮੇ ਕਾਰੇ ਲੱਗੀ ਰਹੀ, ਫਿਰ ਉਹ ਆਪਣੇ ਕੋਠੇ ਉੱਤੇ ਚੜ੍ਹ ਕੇ ਦੂਰ ਪਿੰਡ ਵਿੱਚ ਜੁੜੇ ਹੋਏ ਵਿਸਾਖੀ ਦੇ ਮੇਲੇ ਨੂੰ ਵੇਖਣ ਲੱਗ ਪਈ। ਦੂਰ ਖਲੋਤੀ ਹੋਈ ਪੂਰੋ ਨੂੰ ਲੋਕਾਂ ਦਾ ਨਿਰਾ ਇਕੱਠ ਹੀ ਇਕੱਠ ਦਿਸਦਾ ਸੀ। ਲੰਬੇ ਤਗੜੇ ਜੱਟ, ਲੱਕ ਕੋਰੀਆਂ ਤਹਿਮਤਾਂ ਬੱਧੀਆਂ ਹੋਈਆਂ, ਹੱਥਾਂ ਵਿੱਚ ਤੇਲ ਨਾਲ ਲਿਸ਼ਕਾਈਆਂ ਹੋਈਆਂ ਡਾਂਗਾਂ, ਬੜੇ ਚੜ੍ਹੇ ਹੋਏ, ਬੜੇ ਮੱਚੇ ਹੋਏ, ਇੱਧਰੋਂ ਉੱਧਰ ਜਾਂਦੇ, ਉੱਧਰੋਂ ਇੱਧਰ ਜਾਂਦੇ। ਕਈ ਘੋੜੀਆਂ ਤੇ ਚੜ੍ਹੇ ਪੀੜੇ ਹੋਏ, ਪਿੱਠਾਂ ਪਿੱਛੇ ਜ਼ਨਾਨੀਆਂ ਵੀ ਬਿਠਾਈਆਂ ਹੋਈਆਂ, ਮੂਹਰੇ 1-2 ਬਾਲ ਬੱਚੇ ਵੀ, ਤੇ ਕਈ ਬਾਲਾਂ ਨੂੰ ਉਂਗਲੀ ਲਾਈ, ਤ੍ਰੀਮਤਾਂ ਨੂੰ ਪਿੱਛੇ ਲਾਈ ਵਗੇ ਜਾਂਦੇ। ਕਈ ਜਵਾਨ ਜਹਾਨ ਆਪਣੀ ਜਵਾਨੀ ਦੀ ਤੈਸ਼ ਵਿੱਚ ਆਏ ਹੋਏ ਛਾਤੀ ਨੂੰ ਅੱਗੇ ਕਰ ਕਰਕੇ ਤੁਰਦੇ, ਕੁਝ ਗਾਉਂਦੇ ਜਾਂਦੇ, ਕੁਝ ਬੋਲਦੇ ਜਾਂਦੇ। ਦੂਰ ਪਰੇ ਪਿੜ ਵਿੱਚ ਕੁਸ਼ਤੀਆਂ ਜੁੜੀਆਂ ਹੋਈਆਂ ਹੋਣਗੀਆਂ, ਜਲੇਬੀਆਂ ਦੇ ਥਾਲ ਲੱਗੇ ਹੋਏ ਹੋਣਗੇ, ਗਰਮ ਪਕੌੜਿਆਂ ਦੀ ਖੁਸ਼ਬੂ ਦੂਰ ਤੱਕ ਹਵਾ ਵਿੱਚ ਫੈਲੀ ਹੋਈ ਹੋਵੇਗੀ। ਗੁੜ ਦੇ ਸ਼ੱਕਰਪਾਰੇ, ਮੈਦੇ ਦੀਆਂ ਮੱਠੀਆਂ ਤੇ ਮਠਿਆਈਆਂ ਦੇ ਵੰਨ-ਵੰਨ ਲੋਹੇ ਦੇ ਚੌੜੇ ਥਾਲਾਂ ਵਿੱਚ ਸਜੇ ਹੋਏ ਹੋਣਗੇ। ਪੂਰੋ ਦੇ ਸਿਰ ਵਿੱਚ ਲੋਹੇ ਦੀ ਸੱਟ ਵਾਕਣ ਇੱਕ ਖਿਆਲ ਵੱਜਾ। ਉਹਦੀ ਮਾਂ ਨੇ 3 ਧੀਆਂ ਤੋਂ ਐਤਕੀ ਪੁੱਤਰ ਜੰਮਿਆ ਸੀ ਤੇ ਐਤਕੀ ਉਹਦੀ ਪਹਿਲੀ ਵਿਸਾਖੀ ਸੀ। ਖਲੋਤੀ ਖਲੋਤੀ ਪੂਰੋ ਕੋਠੇ ਉੱਤੇ ਬਹਿ ਗਈ। ਖਬਰੇ ਇਸ ਵੇਲੇ ਉਸਦੀ ਮਾਂ ਨੇ ਉਹਦੇ ਨਿੱਕੇ ਜਿਹੇ ਵੀਰ ਨੂੰ ਪਾਣੀ ਚਖਾਇਆ ਹੋਵੇਗਾ। ਨੇੜੇ ਦੀ ਕਿਸੇ ਨਦੀ ਵਿੱਚੋਂ ਵਗਦਾ ਪਾਣੀ ਲੈ ਕੇ, ਗੁਲਾਬ ਦੇ ਫੁੱਲ ਨੂੰ ਉਸ ਪਾਣੀ ਵਿੱਚ ਭਿਉਂ ਕੇ ਉਹਦੇ ਵੀਰੇ ਦੇ ਨਿੱਕੇ ਗੁਲਾਬੀ ਹੋਠਾਂ ਨਾਲ ਲਾਇਆ ਹੋਵੇਗਾ। ਫਿਰ ਉਹਦੀ ਮਾਂ ਨੂੰ ਵਧਾਈਆਂ ਮਿਲੀਆਂ ਹੋਣਗੀਆਂ ਤੇ ਖੌਰੇ ਇਸ ਵੇਲੇ ਉਹਦੀ ਮਾਂ ਨੂੰ ਆਪਣੀ ਢਿੱਡ ਦੀ ਜਾਈ ਹੋਈ ਪੂਰੋ ਵੀ ਚੇਤੇ ਆਈ ਹੋਵੇਗੀ।
ਪੂਰੋ ਦੀਆਂ ਅੱਖਾਂ ਵਿੱਚ ਅੱਥਰੂ ਵੀ ਆ ਕੇ ਥੱਕ ਗਏ ਸਨ। ਉਹ ਸਿਰ ਨੂੰ ਫੜ ਕੇ ਬੈਠੀ ਰਹੀ। ਜਵਾਨ ਜੱਟ ਮੁੰਡਿਆਂ ਦੀ ਇੱਕ ਟੋਲੀ ਕੰਨਾਂ ਵਿੱਚ ਫੁੱਲ ਅੜਾ ਕੇ ਹੱਸਦੀ ਗਾਉਂਦੀ ਪਰਿਓਂ ਦੀ ਲੰਘਦੀ ਪਈ ਸੀ। ਉਹਨਾਂ ਵਿੱਚੋਂ ਕੋਈ ਜਣਾ ਬੋਲੀ ਪਿਆ ਪਾਉਂਦਾ ਸੀ। ਖੂਹ ਤੇ ਬੈਠੀ ਦਾਤਨ ਕਰਦੀ ਚਿੱਟਿਆਂ ਦੰਦਾਂ ਦੀ ਮਾਰੀ, ਨੀ ਆਪੇ ਤੈਨੂੰ ਲੈ ਜਾਣਗੇ ਜਿਨ੍ਹਾਂ ਨੂੰ ਲੱਗੇ ਪਿਆਰੀ, ਨੀ ਆਪੇ ਤੈਨੂੰ ਲੈ ਜਾਣਗੇ। ਹਾਏ, ਕੋਈ ਪਿਆਰੀਆਂ ਲੱਗਣ ਵਾਲੀਆਂ ਦੇ ਹਾਲ ਤਾਂ ਤੱਕੇ। ਪੂਰੋ ਦੇ ਮੂੰਹੋਂ ਹੌਲੀ ਜਿਹੀ ਨਿਕਲਿਆ। ਫਿਰ ਪੂਰੋ ਨੂੰ ਇੱਕ ਖਿਆਲ ਆਇਆ। ਉਹ ਰਸ਼ੀਦੇ ਨੂੰ ਹੀ ਪਿਆਰੀ ਲੱਗੀ। ਰਸ਼ੀਦਾ ਉਹਨੂੰ ਲੈ ਆਇਆ। ਉਹ ਆਪਣੇ ਮੰਗੇਤਰ ਰਾਮਚੰਦ ਨੂੰ ਕਿਉਂ ਨਾ ਪਿਆਰੀ ਲੱਗੀ? ਉਹਨੇ ਤਾਂ ਉਹਦੀ ਬਾਤ ਵੀ ਨਾ ਪੁੱਛੀ। ਉਹ ਤਾਂ ਰਾਮਚੰਦ ਨੂੰ ਪਿਆਰੀ ਲੱਗਣਾ ਚਾਹੁੰਦੀ ਸੀ। ਰਸ਼ੀਦਾ ਨਾ ਤਾਂ ਉਹਦਾ ਆਪਣਾ ਲੱਭਿਆ ਹੋਇਆ ਸੀ, ਨਾ ਉਹਦੇ ਮਾਪਿਆਂ ਦਾ ਸਹੇੜ ਸੀ। ਜੱਟ ਨੱਚਦੇ ਪਏ ਜਾਂਦੇ ਸਨ, ਕੁੱਦਦੇ ਪਏ ਜਾਂਦੇ ਸਨ, ਭੰਗੜਾ ਪਏ ਪਾਉਂਦੇ ਸਨ, ਬੋਲੀਆਂ ਪਏ ਗਾਉਂਦੇ ਸਨ। ਤੇਰੇ ਲੌਂਗ ਦਾ ਵੱਜਾ ਲਸ਼ਕਾਰਾ ਹਾਲੀਆਂ ਨੂੰ ਹਾਲ ਭੁੱਲ ਗਏ। ਤੇਰਾ ਭਿੱਜਿਆ ਵਰੀ ਦਾ ਲਹਿੰਗਾ, ਪੱਛੋਂ ਦੀਆਂ ਪੈਣ ਕਣੀਆਂ, ਸਾਨੂੰ ਕੰਡ ਨਾ ਦੇਈ ਮੁਟਿਆਰੇ, ਨੀ ਰਾਹੇ ਰਾਹੇ ਜਾਣ ਵਾਲੀ ਏ। ਪੂਰੋ ਸੋਚਦੀ ਰਹੀ, ਸਾਰੇ ਹੀ ਗੀਤ ਸੋਹਣੀਆਂ ਕੁੜੀਆਂ ਦੇ ਸੋਹਲੇ ਗਾਉਂਦੇ ਨੇ, ਸਾਰੇ ਹੀ ਭਜਨ ਸੱਚੇ ਪਿਆਰਾਂ ਦਾ ਵਰਣਨ ਕਰਦੇ ਨੇ। ਕਦੇ ਉਹ ਵੀ ਗੀਤ ਬਣਨਗੇ ਜਿਨ੍ਹਾਂ ਵਿੱਚ ਮੇਰੇ ਜਿਹੀਆਂ ਕੁੜੀਆਂ ਦੇ ਰੋਣ ਲਿਖੇ ਹੋਏ ਹੋਣਗੇ। ਕਦੇ ਉਹ ਵੀ ਭਜਨ ਹੋਣਗੇ ਜਿਨ੍ਹਾਂ ਦਾ ਭਗਵਾਨ ਹੀ ਕੋਈ ਨਾ ਹੋਵੇ। ਚੜ੍ਹਦੀ ਜਵਾਨੀ ਵਾਲੀਆਂ ਕੁਝ ਮੁਟਿਆਰਾਂ ਆਪਣੀ ਜਵਾਨੀ ਦੇ ਛੋਹਲੇਪਨ ਵਿੱਚ ਕੱਠ ਦਾ ਕੱਠ ਬਣਾ ਕੇ ਪਿੜ ਵੱਲ ਤੁਰੀਆਂ ਜਾਂਦੀਆਂ ਸਨ। ਦੂਰੋਂ ਲੱਗੇ ਜਾਂਦੇ ਜੱਟ ਮੁੰਡਿਆਂ ਦੇ ਟੋਲੇ ਪਾਸੇ ਮੋੜ-ਮੋੜ ਕੇ ਪਏ ਉਹਨਾਂ ਨੂੰ ਝਾਕਦੇ ਸਨ, ਨਾਲ-ਨਾਲ ਹੱਸਦੇ ਸਨ, ਖੌਰੇ ਮਸ਼ਕਰੀਆਂ ਕਰਦੇ ਸਨ। ਇਹਨਾਂ ਨੂੰ ਤੱਕ ਪੂਰੋ ਸੋਚਣ ਲੱਗੀ, ਭਲਾ ਜੇ ਹੁਣੇ ਉਹਨਾਂ ਦੀਆਂ ਜਵਾਨ ਜਹਾਨ ਕੁੜੀਆਂ ਨੂੰ ਇਹ ਸਾਰੇ ਮੁੰਡੇ ਆਪਣੀਆਂ ਘੋੜੀਆਂ ਤੇ ਬਿਠਾ ਕੇ ਨੱਸ ਜਾਣ, ਫਿਰ ਕੀ ਹੋਵੇ? ਭਲਾ ਜੇ ਇਹ ਸਾਰੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਣ। ਪੂਰੋ ਦਾ ਬੱਚਾ ਗਾੜਾ ਹੁਨਾਲਾ ਆ ਗਿਆ ਸੀ। ਜ਼ਮੀਨ ਮਨਛਿਟੀ ਪਾ ਕੇ ਬਾਲੇ ਹੋਏ ਤੰਦੂਰ ਦੀ ਪਿੱਠ ਵਾਂਗ ਭਖਦੀ ਰਹਿੰਦੀ ਸੀ। ਪੂਰੋ ਕਦੇ ਬਹਿੰਦੀ, ਕਦੇ ਉੱਠਦੀ, ਕਦੇ ਲੰਮੀ ਪੈ ਰਹਿੰਦੀ। ਅੱਜ ਉਹਦਾ ਜੀ ਰਾਜ਼ੀ ਨਹੀਂ ਸੀ। ਪਲੇ-ਪਲੇ ਪਾਣੀ ਦਾ ਘੁੱਟ ਵੀ ਉਹ ਮੂੰਹ ਨੂੰ ਲਾਂਦੀ। ਉਸਦੀ ਗਵਾਂਢਣ ਨੇ ਉਸਨੂੰ ਦੱਸਿਆ ਸੀ ਕਿ ਔਖੀ ਸੌਖੀ ਹੋ ਕੇ ਜਿਵੇਂ ਕਿਵੇਂ ਪਿੰਡੇ ਨਹਾ ਲਵੇ ਤੇ ਆਪਣਾ ਸਿਰ ਵੀ ਧੋ ਲਵੇ। ਫਿਰ ਕੀ ਪਤਾ ਉਸੇ ਰਾਤ ਨੂੰ ਹੀ ਜਾਂ ਚੜ੍ਹਦੇ ਦਿਨ ਨੂੰ ਹੀ ਪੂਰੋ ਦੇ ਘਰ ਕੁਝ ਹੋ ਪਵੇ ਤੇ ਫਿਰ ਉਹ ਕਿੰਨੇ ਦਿਨ ਉੱਠਣ ਜੋਗੀ ਨਹੀਂ ਰਹੇਗੀ। ਰਸ਼ੀਦੇ ਨੇ ਤੱਕਿਆ। ਪੂਰੋ ਦਾ ਰੰਗ ਜਿਸਮ ਵਿੱਚੋਂ ਉੱਠਦੀਆਂ ਪੀੜਾਂ ਨੂੰ ਲੈ ਕੇ ਬੱਗਾ ਪੂਣੀ ਹੁੰਦਾ ਜਾਂਦਾ ਸੀ। ਰਸ਼ੀਦੇ ਨੂੰ ਉਹ ਵੇਲਾ ਚੇਤੇ ਆ ਗਿਆ ਜਦੋਂ ਉਹ ਛੱਤੋਆਣੀ ਦੀ ਕੱਚੀ ਸੜਕ ਤੋਂ ਪੂਰੋ ਨੂੰ ਘੋੜੀ ਉੱਤੇ ਆਪਣੇ ਮੂਹਰੇ ਬਿਠਾ ਕੇ ਭੱਜ ਖਲੋਤਾ ਸੀ। ਪੂਰੋ ਦਾ ਰੰਗ ਉਦੋਂ ਵੀ ਚਿੱਟਾ ਫਟਕੜੀ ਵਰਗਾ ਹੁੰਦਾ ਜਾਂਦਾ ਸੀ। ਉਦੋਂ ਪੂਰੋ ਦੀ ਰੂਹ ਵਿੱਚੋਂ ਚੀਸਾਂ ਉੱਠਦੀਆਂ ਸਨ, ਅੱਜ ਪੂਰੋ ਦੇ ਲਹੂ ਮਾਸ ਵਿੱਚੋਂ। ਰਸ਼ੀਦੇ ਨੇ ਰਹੀਮੇ ਹੋਰਾਂ ਦੇ ਘਰ ਆਪਣੇ ਖੇਤਾਂ ਦਾ ਇੱਕ ਕਾਮਾ ਭੇਜਿਆ ਹੋਇਆ ਸੀ। ਆਪ ਉਹਦਾ ਪੂਰੋ ਨੂੰ ਕੱਲੀ ਕਾਰੀ ਛੱਡ ਕੇ ਜਾਣ ਦਾ ਹੌਸਲਾ ਨਹੀਂ ਸੀ ਪੈਂਦਾ। ਰਹੀਮੇ ਦੀ ਮਾਂ ਜਦੋਂ ਅਪੜੀ, ਪੂਰੋ ਦੇ ਮੂੰਹ ਉੱਤੇ ਤ੍ਰਿੱਖੀਆਂ ਪੀੜਾਂ ਉਸਲ ਵੱਟੇ ਪਈਆਂ ਲੈਂਦੀਆਂ ਸਨ। ਆਉਂਦੀ ਵਾਰੀ ਰਹੀਮੇ ਦੀ ਮਾਂ ਆਪਣੀ ਗਲੀ ਵਾਲੀ ਉਸੇ ਰੇਸ਼ਮਾ ਦਾਈ ਨੂੰ ਵੀ ਲੈਂਦੀ ਆਈ ਸੀ ਜਿਹਨੇ ਰਹੀਮੇ ਦੀਆਂ ਦੋਵਾਂ ਘਰ ਵਾਲੀਆਂ ਨੂੰ 2-2 3-3 ਮੁੰਡੇ ਕੁੜੀਆਂ ਜਮਾਏ ਸਨ। ਦਾਈ ਨੇ ਆਉਂਦਿਆਂ ਹੀ ਇੱਕ ਪੁਰਾਣੀ ਦਰੀ ਨੂੰ ਫਰਸ਼ ਉੱਤੇ ਪਾ ਕੇ ਪੂਰੋ ਨੂੰ ਲਟਾ ਦਿੱਤਾ। ਪੂਰੋ ਮੰਜੀ ਦੀ ਨਰਮਾਈ ਨੂੰ ਛੱਡ ਕੇ ਕਰੜੀ ਜ਼ਮੀਨ ਉੱਤੇ ਕੁੱਸਣ ਲੱਗ ਪਈ। ਰਸ਼ੀਦਾ ਬਾਹਰਲੀਆਂ ਮੁਹਾਣਾ ਕੋਲ ਖਲੋਤਾ ਰਿਹਾ। ਉਹਨੂੰ ਅੰਦਰੋਂ ਭੀੜੇ ਹੋਏ ਬੂਹੇ ਵਿੱਚੋਂ ਪੂਰੋ ਦੀਆਂ ਦੰਦਾਂ ਵਿੱਚ ਪੀਚੀਆਂ ਹੋਈਆਂ ਲੰਮੀਆਂ ਹੋਂਗਾਂ ਸੁਣੀਂਦੀਆਂ ਰਹੀਆਂ। ਉਹਦਾ ਜੀ ਕਰਦਾ ਸੀ ਪੂਰੋ ਦੇ ਪਿੰਡੇ ਵਿੱਚੋਂ ਬਹੁਤੀਆਂ ਨਹੀਂ ਤੇ ਅੱਧ-ਪਚੱਧੀਆਂ ਪੀੜਾਂ ਕੱਢ ਕੇ ਆਪਣੇ ਪਿੰਡੇ ਵਿੱਚ ਪਾ ਲਵੇ। ਪੂਰੋ ਕੱਲੀ ਪਈ ਕੁੱਸਦੀ ਸੀ। ਦਾਈ ਨਵੀਂ ਕੋਰ ਦੀ ਪੱਖੀ ਨਾਲ ਪੂਰੋ ਦੇ ਮੂੰਹ ਉੱਤੇ ਹਵਾ ਦੇ ਨਿੱਕੇ-ਨਿੱਕੇ ਝੋਲੇ ਦਿੰਦੀ ਰਹੀ। ਰਹੀਮੇ ਦੀ ਮਾਂ ਨੇ ਕਿੰਨੀ ਵਾਰੀ ਚਮਚੇ ਨਾਲ ਪਾਣੀ ਦਾ ਘੁੱਟ-ਘੁੱਟ ਪੂਰੋ ਦੇ ਮੂੰਹ ਵਿੱਚ ਪਾਇਆ। 3 ਉੱਚੀਆਂ ਚੀਕਾਂ ਦੇ ਪਿੱਛੋਂ ਬਾਹਰ ਖਲੋਤੇ ਰਸ਼ੀਦੇ ਨੇ ਬਾਲ ਦੇ ਟਟਿਆਣ ਦੀ ਆਵਾਜ਼ ਸੁਣੀ। ਉਸ ਤੋਂ ਪਿੱਛੋਂ ਪੂਰੋ ਦੀ ਕੋਈ ਆਵਾਜ਼ ਨਾ ਨਿਕਲੀ। ਰਸ਼ੀਦੇ ਨੂੰ ਸਾਹ ਆਇਆ ਕਿ ਉਸਦੀ ਬੰਦ ਖਲਾਸੀ ਹੋ ਗਈ ਸੀ। ਰਸ਼ੀਦੇ ਦਾ ਜੀ ਕੀਤਾ ਉਹ ਅੰਦਰ ਲੰਘ ਜਾਵੇ। ਦਾਈ ਤੇ ਖੌਰੇ ਬਾਲ ਦੇ ਦੁਆਲੇ ਹੋਣੀ ਹੈ, ਉਹ ਆਪ ਹੀ ਜਾ ਕੇ ਪੂਰੋ ਨੂੰ ਘੁੱਟੇ ਨੱਪੇ। ਪੂਰੋ ਅਜੇ ਤੱਕ ਉਹਦੇ ਹੱਥੋਂ ਰੋਂਦੀ ਹੀ ਰਹੀ ਸੀ, ਅਜੇ ਤੱਕ ਉਹਦੇ ਕਰਕੇ ਕੁਸੀਂਦੀ ਹੀ ਰਹੀ ਸੀ, ਪਰ ਅੰਦਰ ਉਹਦੀ ਚਾਚੀ ਬੈਠੀ ਹੋਈ ਸੀ, ਅੰਦਰ ਦਾਈ ਬੈਠੀ ਹੋਈ ਸੀ। ਜਿੰਨਾ ਚਿਰ ਉਹ ਆਪ ਨਾ ਰਸ਼ੀਦੇ ਨੂੰ ਅੰਦਰ ਬੁਲਾਉਣ, ਰਸ਼ੀਦੇ ਦਾ ਅੰਦਰ ਜਾਣਾ ਬੜਾ ਸ਼ੋਧਾਪਣ ਲੱਗਦਾ ਸੀ। ਮਿੰਟਾਂ ਉੱਤੇ ਮਿੰਟ ਗੁਜ਼ਰ ਗਏ, ਪੂਰੋ ਦੀ ਫਿਰ ਆਵਾਜ਼ ਨਾ ਆਈ। ਰਸ਼ੀਦੇ ਦੇ ਜੀ ਨੂੰ ਇੱਕ ਹੌਲ ਪਿਆ, ਪੂਰੋ ਜਿਉਂਦੀ ਤਾਂ ਸੀ? ਰਤਾ ਮਾਸਾ ਵੀ ਆਵਾਜ਼ ਕਿਉਂ ਨਹੀਂ ਆਉਂਦੀ? ਸਵਾਰਾ ਅੱਧਾ ਘੰਟਾ ਲੰਘ ਗਿਆ ਜਦੋਂ ਦਾਈ ਨੇ ਬਾਹਰ ਆ ਕੇ ਰਸ਼ੀਦੇ ਨੂੰ ਕਿਹਾ, ਮੁਬਾਰਕਾਂ ਨੀ ਪੁੱਤਰਾ, ਘਰ ਜਾਤਕ ਹੋਇਆ ਈ। ਉਹਦਾ ਕੀ ਹਾਲ ਏ? ਰਸ਼ੀਦੇ ਦੇ ਮੂੰਹ ਨਿਕਲਿਆ, ਖੈਰੀ ਮੇਰੀ ਏ ਪੁੱਤਰਾ, ਇੰਜੀ ਮਿਲਖਾਂ ਵੱਧਦੀਆਂ ਨੇ, ਹੋਰ ਕੋਈ ਪੁੱਤਰ ਛੱਤੋਂ ਤੇ ਨਹੀਂ ਢਹਿ ਪੈਂਦੇ। ਦਾਈ ਨੇ ਇੱਕ ਅਜਿਹੇ ਹੌਸਲੇ ਨਾਲ ਮੁਸਕਰਾ ਕੇ ਆਖਿਆ ਜਿਸ ਹੌਸਲੇ ਨਾਲ ਉਸਨੇ ਸਹਿਆਂ ਤਰੀਮਤਾਂ ਦੀਆਂ ਪੀੜਾਂ ਆਪਣਿਆਂ ਹੱਥਾਂ ਉੱਤੇ ਝੱਲੀਆਂ ਸਨ।
ਜਦੋਂ ਰਸ਼ੀਦਾ ਅੰਦਰ ਲੰਘਿਆ, ਲੰਮੀ ਪਈ ਹੋਈ ਪੂਰੋ ਦੀਆਂ ਅੱਖਾਂ ਨੂਟੀਆਂ ਹੋਈਆਂ ਸਨ। ਉਹਦੇ ਪਾਸੇ ਨਾਲ ਇੱਕ ਚਿੱਟੇ-ਚਿੱਟੇ ਪੱਲੇ ਵਿੱਚ ਲਪੇਟਿਆ ਹੋਇਆ ਉਹਦਾ ਤੇ ਰਸ਼ੀਦੇ ਦਾ ਪੁੱਤਰ ਅੰਗੂਠਾ ਪਿਆ ਚੁੰਘਦਾ ਸੀ। ਰਸ਼ੀਦੇ ਦੇ ਅੰਦਰੋਂ ਇੱਕ ਹੁਲਾਸ ਉੱਠਿਆ। ਉਹਨੇ ਪੂਰੋ ਨੂੰ ਜਿੱਤ ਲਿਆ ਸੀ। ਜੂਏ ਦੀ ਇਸ ਖੇਡ ਵਿੱਚ ਉਸਨੇ ਸਾਰੀ ਦੀ ਸਾਰੀ ਪੂਰੋ ਨੂੰ ਜਿੱਤ ਲਿਆ ਸੀ। ਹੁਣ ਪੂਰੋ ਨਿਰੀ ਉਹਦੀ ਨਸਾ ਕੇ ਲਿਆਂਦੀ ਹੋਈ ਰਖੇਲ ਨਹੀਂ ਸੀ। ਹੁਣ ਪੂਰੋ ਨਿਰੀ ਉਹਦੀ ਘਰ ਪਾਈ ਹੋਈ ਤਰੀਮਤ ਨਹੀਂ ਸੀ। ਹੁਣ ਪੂਰੋ ਉਹਦੇ ਪੁੱਤਰ ਦੀ ਮਾਂ ਸੀ। ਰਹੀਮੇ ਦੀ ਮਾਂ ਨੇ ਜਿਵੇਂ ਆਖਿਆ, ਰਸ਼ੀਦੇ ਨੇ 1 ਰੁਪਈਆ ਤੇ ਗੁੜ ਦੀ ਰੋੜੀ ਪੁੱਤਰ ਦੇ ਸਿਰ ਉੱਤੋਂ ਵਾਰੀ। ਹੁਣ ਪੂਰੋ ਦੀਆਂ ਉਂਗਲਾਂ ਦੀਆਂ ਅੱਖੀਆਂ ਖੁੱਲੀਆਂ। ਉਹਨੇ ਰਸ਼ੀਦੇ ਨੂੰ ਤੱਕਿਆ। ਹੁਣ ਤੂੰ ਮੈਨੂੰ ਕੀ ਆਣਾ ਏ? ਮੈਂ ਤੈਨੂੰ ਆਪਣਾ ਆਪ ਦਿੱਤਾ, ਮੈਂ ਤੈਨੂੰ ਇੱਕ ਪੁੱਤਰ ਦਿੱਤਾ, ਹੁਣ ਮੇਰੇ ਕੋਲ ਬਾਕੀ ਕੀ ਰਹਿ ਗਿਆ ਏ? ਪੂਰੋ ਆਪਣੀ ਗੁੰਮ-ਸੁੰਮ ਜੀਭ ਨਾਲ ਜਿਵੇਂ ਰਸ਼ੀਦੇ ਨੂੰ ਕਹਿ ਰਹੀ ਸੀ। ਉਸਨੇ ਫੇਰ ਅੱਖਾਂ ਨੂਟ ਲਈਆਂ। ਤੱਤੇ ਗੁੜ ਤੇ ਪੀਸੇ ਹੋਏ ਬਦਾਮਾਂ ਦੇ ਕੁਝ ਚਮਚੇ ਲੈ ਕੇ ਜਦੋਂ ਪੂਰੋ ਦੇ ਅੰਗਾਂ ਵਿੱਚ ਆਂਗਸ ਆਈ, ਪੂਰੋ ਨੇ ਤੱਕਿਆ। ਉਹਦੀ ਖੱਬੀ ਬਾਹ ਨਾਲ ਉਹਦੇ ਬਾਲ ਦਾ ਕੂਲਾ-ਕੂਲਾ ਮੂੰਹ ਪਿਆ ਘਸਰਦਾ ਸੀ। ਪੂਰੋ ਦੇ ਅੰਗ ਤਰਹਿ ਗਏ। ਉਸਨੂੰ ਲੱਗਾ ਇੱਕ ਕੂਲੀ ਚਿੱਟੀ ਸੁੰਡੀ ਉਹਦੇ ਪਿੰਡੇ ਉੱਤੇ ਪਈ ਚੜ੍ਹਦੀ ਸੀ। ਉਹਨੂੰ ਇੱਕ ਕਰੈਤ ਆਈ। ਉਹਦਾ ਜੀਅ ਕੀਤਾ ਆਪਣੀ ਬਾਹ ਨਾਲ ਲੱਗੀ ਹੋਈ ਸੁੰਡੀ ਨੂੰ ਉਹ ਛੰਡ ਸੁੱਟੇ, ਆਪਣੇ ਪਾਸੇ ਨਾਲੋਂ ਝਾੜ ਦੇਵੇ, ਇਸ ਤਰ੍ਹਾਂ ਜਿਵੇਂ ਕੋਈ ਨੋਹਾਂ ਵਿੱਚ ਅੜਾ ਕੇ ਚੁਭੇ ਹੋਏ ਕੰਡੇ ਨੂੰ ਕੱਢ ਦੇਵੇ, ਜਿਸ ਤਰ੍ਹਾਂ ਕੋਈ ਚੰਬੜੇ ਹੋਏ ਭਖੜੇ ਨੂੰ ਲਾਹ ਸੁੱਟੇ, ਜਿਸ ਤਰ੍ਹਾਂ ਕੋਈ ਚਮੁੱਟੇ ਹੋਏ ਚਿੱਚੜ ਨੂੰ ਤਰੋੜ ਦੇਵੇ, ਜਿਸ ਤਰ੍ਹਾਂ ਕੋਈ ਲੱਗੀ ਹੋਈ ਜੋਕ ਨੂੰ ਧਰੂ ਸੁੱਟੇ। ਰਹੀਮੇ ਦੀ ਮਾਂ ਨੇ ਪੂਰੇ 13 ਦਿਹਾੜੇ ਇਹਨਾਂ ਦੇ ਘਰ ਰਹਿਣਾ ਸੀ। ਅਜੇ ਤਾਂ ਪੂਰੋ ਨੂੰ ਮੁੰਡਾ ਜੰਮਿਆ 4 ਦਿਨ ਹੋਏ ਸਨ। 5ਵੇਂ ਦਿਨ ਪੂਰੋ ਨੂੰ ਦੁੱਧ ਉਤਰਿਆ। ਰੂਹ ਦੀਆਂ ਬੱਤੀਆਂ ਬਣਾ ਕੇ ਦਾਈ ਉਹਦੇ ਮੁੰਡੇ ਨੂੰ ਦੁੱਧ ਦੀਆਂ ਬੂੰਦਾਂ ਮੂੰਹ ਲਾਂਦੀ ਰਹੀ ਸੀ। ਅੱਜ ਉਸਨੇ ਮੁੰਡੇ ਨੂੰ ਪੂਰੋ ਦੇ ਦੁੱਧ ਅੱਗੇ ਪਾਇਆ। ਮੁੰਡਾ ਪੂਰੋ ਦੀ ਝੋਲੀ ਵਿੱਚ ਪਿਆ ਰਿਹਾ। ਮੁੰਡਾ ਪੂਰੋ ਦੇ ਮਾਸ ਨਾਲ ਚਮੁੱਟਿਆ ਰਿਹਾ। ਪੂਰੋ ਦੀਆਂ ਆਂਦਰਾਂ ਵਿੱਚ ਇੱਕ ਖਿੱਚ ਪਈ। ਪੂਰੋ ਦਾ ਜੀਅ ਕੀਤਾ ਮੁੰਡੇ ਨੂੰ ਗਲ ਨਾਲ ਲਾ ਕੇ ਰੋਵੇ। ਮੁੰਡਾ ਉਹਦੇ ਆਪਣੇ ਲਹੂ ਦਾ ਖਿਡੌਣਾ ਸੀ। ਮੁੰਡਾ ਉਹਦੇ ਆਪਣੇ ਮਾਸ ਦਾ ਬੁੱਤ ਸੀ। ਭਰੀ ਭਰਾਤੀ ਦੁਨੀਆ ਵਿੱਚ ਇਹੋ ਇੱਕ ਮੁੰਡਾ ਆਪਣਾ ਸੀ। ਉਸਨੇ ਕਦੇ ਮਾਂ ਦਾ ਮੂੰਹ ਨਹੀਂ ਤੱਕਣਾ। ਉਸਨੇ ਕਦੇ ਪਿਓ ਦਾ ਮੂੰਹ ਨਹੀਂ ਤੱਕਣਾ। ਉਹਨੇ ਕਦੇ ਭੈਣ ਭਰਾਵਾਂ ਦੇ ਮੂੰਹ ਨਹੀਂ ਤੱਕ ਸਕਣੇ। ਉਹ ਸਿਰਫ ਆਪਣੇ ਮੁੰਡੇ ਦਾ ਮੂੰਹ ਤੱਕਿਆ ਕਰੇਗੀ, ਜਿਹਦੇ ਲਹੂ ਵਿੱਚ ਉਹਦੇ ਆਪਣੇ ਮਾਂ-ਪਿਓ ਦਾ ਲਹੂ ਵੀ ਰਲਿਆ ਹੋਇਆ ਸੀ। ਉਹਦੇ ਮਾਂ-ਪਿਓ ਉਹਨੂੰ ਤੋੜ ਕੇ ਸੁੱਟ ਗਏ, ਪਰ ਆਪਣੇ ਲਹੂ ਨੂੰ ਕਿਵੇਂ ਵੱਖ ਕਰ ਲੈਣਗੇ, ਜਿਹੜਾ ਲਹੂ ਪੂਰੋ ਦੇ ਹੱਡਾਂ ਵਿੱਚ ਰਚਿਆ ਹੋਇਆ ਸੀ, ਜਿਹੜਾ ਲਹੂ ਪੂਰੋ ਦੇ ਘਰ ਜੰਮੇ ਪੁੱਤਰ ਦੇ ਲਹੂ ਵਿੱਚ ਮਿਲਿਆ ਹੋਇਆ ਸੀ। ਮੁੰਡਾ ਪੂਰੋ ਦਾ ਦੁੱਧ ਚੁੰਘਦਾ ਰਿਹਾ। ਫਿਰ ਪੂਰੋ ਨੂੰ ਲੱਗਾ ਇਹ ਮੁੰਡਾ ਜ਼ਬਰਦਸਤੀ ਉਹਦੀਆਂ ਨਾੜਾਂ ਵਿੱਚੋਂ ਉਹਦੇ ਦੁੱਧ ਨੂੰ ਧਰੂਕਦਾ ਪਿਆ ਸੀ। ਜ਼ਬਰਦਸਤੀ। ਮੁੰਡੇ ਦੇ ਪਿਓ ਨੇ ਵੀ ਤਾਂ ਉਹਦੇ ਨਾਲ ਜ਼ਬਰਦਸਤੀ ਕੀਤੀ ਸੀ। ਮੁੰਡਾ ਵੀ ਤਾਂ ਆਪਣੇ ਪਿਓ ਦਾ ਪੁੱਤਰ ਸੀ, ਆਪਣੇ ਪਿਓ ਦਾ ਲਹੂ ਸੀ, ਆਪਣੇ ਪਿਓ ਦਾ ਮਾਸ ਸੀ, ਆਪਣੇ ਪਿਓ ਦਾ ਰੂਪ ਸੀ। ਜੋਰੀ ਇਹ ਮੁੰਡਾ ਉਹਦੇ ਜਿਸਮ ਵਿੱਚ ਧਰਿਆ ਗਿਆ ਸੀ। ਜੋਰੀ ਇਹ ਮੁੰਡਾ ਉਹਦੇ ਪੇਟ ਵਿੱਚ ਪਲ ਖਲੋਤਾ ਸੀ ਤੇ ਹੁਣ ਜੋਰੀ ਇਹ ਮੁੰਡਾ ਉਹਦੀਆਂ ਨਾੜਾਂ ਵਿੱਚੋਂ ਦੁੱਧ ਧਰੂਕਦਾ ਪਿਆ ਸੀ। ਪੂਰੋ ਨੇ ਆਪਣੇ ਮੱਥੇ ਨੂੰ ਹੱਥ ਲਾਇਆ। ਅੱਗ ਵਿੱਚ ਪਈ ਹੋਈ ਇੱਟ ਵਾਂਗਣ ਉਹਦਾ ਮੱਥਾ ਗਰਮ ਸੀ। ਸ਼ਾਇਦ ਉਸਨੂੰ ਬੁਖਾਰ ਚੜਿਆ ਹੋਇਆ ਸੀ। ਉਸਦੇ ਸਿਰ ਵਿੱਚ ਇੱਕੋ ਖਿਆਲ ਪਾਉਣ ਲੱਗਾ, ਇਹ ਮੁੰਡਾ, ਇਸ ਮੁੰਡੇ ਦਾ ਪਿਓ, ਸਭ ਮਰਦ ਜ਼ਾਤ, ਮਰਦ ਜੋ ਔਰਤ ਦੇ ਜਿਸਮ ਨੂੰ ਕੁੱਤੇ ਦੀ ਹੱਡੀ ਵਾਂਗਣ ਚੂਸਦੇ ਨੇ, ਕੁੱਤੇ ਦੀ ਹੱਡੀ ਵਾਂਗਣ ਚੱਬਦੇ ਨੇ। ਮੁੰਡਾ ਪੂਰੋ ਦਾ ਦੁੱਧ ਚੁੰਘਦਾ ਰਿਹਾ। ਪੂਰੋ ਦਾ ਮਨ ਖੂਹ ਦੀਆਂ ਟਿੰਡਾਂ ਵਾਂਗਣ ਭਰਦਾ ਰਿਹਾ ਤੇ ਖਾਲੀ ਹੁੰਦਾ ਰਿਹਾ। ਮਾਂ ਮਹਿਟਰ। ਪੂਰੋ ਦੇ ਗੋਬਲੇ ਮੁੰਡੇ ਨੂੰ ਸਾਰੇ ਜਵੇਦ ਸੱਦਦੇ ਸਨ। ਸੂਤਰੀ ਦੀ ਪਲੰਗੀਰੀ ਉੱਤੇ ਪਾ ਕੇ ਪੂਰੋ ਉਸਨੂੰ ਤੱਕਦੀ ਰਹਿੰਦੀ। ਛੜੀਆਂ ਮਾਰ ਕੇ ਉਹ ਆਪਣੀ ਉਤਲੀ ਚਾਦਰ ਨੂੰ ਪੈਰਾਂ ਵਿੱਚ ਮਿੱਧ ਸੁੱਟਦਾ। ਚਾਂਦੀ ਦੀ ਇੱਕ ਪਤਲੀ ਜਿਹੀ ਪੰਜੇਬ ਪੂਰੋ ਨੇ ਉਹਦੇ ਪੈਰ ਵਿੱਚ ਪਾਈ ਹੋਈ ਸੀ। ਜਦੋਂ ਉਹ ਛੜੀਆਂ ਕੱਢਦਾ, ਪੰਜੇਬ ਦੀ ਨਿੱਕੀ ਜਿਹੀ ਛਣਕ ਪਲੰਗੀਰੀ ਉੱਤੇ ਛਣ ਕਰਦੀ। ਛੜੀਆਂ ਕੱਢਦੇ ਦਾ ਮੂੰਹ ਜ਼ੋਰ ਲਾ ਕੇ ਸੂਹਾ ਹੋ ਜਾਂਦਾ ਤੇ ਮੁੰਡੇ ਨੂੰ ਅੰਦਰ ਵਧਾਈ ਆਉਣ ਲੱਗ ਪੈਂਦੀ। ਫਿਰ ਪੂਰੋ ਉਹਦੇ ਹੱਥਾਂ ਵੱਲ ਤੱਕਦੀ। ਤਲੀਆਂ ਵੱਲੋਂ ਉਹਦੇ ਹੱਥ ਅਸਲੋਂ ਗੋਰੇ ਨਛੋਹ ਸਨ ਤੇ ਹੱਥਾਂ ਦੀ ਪਿੱਠ ਉੱਤੇ ਮਾਸ ਇਸ ਤਰ੍ਹਾਂ ਉੱਭਰਿਆ ਹੋਇਆ ਸੀ ਕਿ ਪੂਰੋ ਨੂੰ ਨਿਰੇ ਪੁਰੇ ਉਹਦੇ ਹੱਥ ਮੋਮ ਦੇ ਉਸ ਬਾਵੇ ਵਰਗੇ ਲੱਗਦੇ, ਜਿਹੜਾ ਬਾਵਾ ਨਿੱਕੀ ਹੁੰਦੀ ਉਸਨੇ ਸਿਆਮੋਂ ਆਉਂਦਿਆਂ ਕਲਕੱਤੇ ਦੇ ਇੱਕ ਬਾਜ਼ਾਰ ਵਿੱਚੋਂ ਖਰੀਦਿਆ ਸੀ। ਉਸਨੇ ਬਾਵੇ ਨੂੰ ਕਰੋਸ਼ੀਏ ਨਾਲ ਉਣ ਕੇ ਝੱਗਾ ਪਾਇਆ ਸੀ। ਨਿੱਕੇ ਮੋਤੀਆਂ ਦੀ ਇੱਕ ਗਾਨੀ ਪਰੋ ਕੇ ਉਹਨੇ ਬਾਵੇ ਨੂੰ ਮਾਲਾ ਪਾਈ ਸੀ। ਜਵੇਦ ਦੇ ਹੱਥ ਉੱਕਾ ਪੁੱਕਾ ਮੋਮ ਦੇ ਉਸ ਬਾਵੇ ਦੇ ਹੱਥਾਂ ਵਾਂਗਰ ਥੁਲਬ ਕਰਦੇ ਸਨ। ਮੋਮ ਦਾ ਬਾਵਾ ਸ਼ਾਇਦ ਅਜੇ ਵੀ ਨਹੀਂ ਟੁੱਟਿਆ ਹੋਣਾ। ਪੂਰੋ ਸੋਚਣ ਲੱਗ ਪੈਂਦੀ, ਕਈ ਵਾਰ ਕੱਚ ਤੇ ਮਿੱਟੀ ਦੀਆਂ ਸ਼ੈਆਂ ਦੀ ਮਿਆਦ ਵੀ ਕਿੱਡੀ ਹੁੰਦੀ ਏ। ਸ਼ਾਇਦ ਅਜੇ ਵੀ ਉਸਦੀ ਕੋਈ ਭੈਣ ਉਸ ਬਾਵੇ ਨਾਲ ਖੇਡਦੀ ਹੋਵੇਗੀ। ਸਵਖਤੇ ਪੂਰੋ ਪੈਲੀਆਂ ਨੂੰ ਜਾਂਦੀ। ਰਸ਼ੀਦਾ ਆਪਣੇ ਪੁੱਤਰ ਕੋਲ ਬਹਿੰਦਾ। ਇੱਕ ਦਿਨ ਅਜੇ ਮੂੰਹ ਹਨੇਰਾ ਹੀ ਸੀ, ਉਹ ਬਾਹਰ ਹੋ ਕੇ ਮੁੜ ਪਈ ਸੀ। ਬਾਹਰਲੇ ਮੁਸਲਕੇ ਖੂਹ ਤੋਂ ਉਹਨੇ ਹੱਥ ਪੈਰ ਮਾਂਜੇ ਤੇ ਜਦੋਂ ਉਹ ਆਪਣੇ ਘਰ ਵੱਲ ਪਰਤਦੀ ਪਈ ਸੀ, ਉਹਦੀ ਗਲੀ ਦੀ ਕੁੜੀ ਕੰਮੋ ਉਹਦੀ ਨਜ਼ਰੇ ਪਈ। ਸਿਆਲੇ ਦੀ ਨਿੱਕੀ ਠੰਡ ਉੱਤਰ ਪਈ ਸੀ।
ਕੰਮੋ ਪਾਣੀ ਦੀ ਵਲਟੋਹੀ ਨੂੰ ਢੇਮਾਂ ਦੇ ਇੱਕ ਥੜੇ ਜਿਹੇ ਉੱਤੇ ਰੱਖ ਕੇ ਸਾਹ ਕੱਢਦੀ ਪਈ ਸੀ। ਪੂਰੋ ਜਦੋਂ ਉਹਦੇ ਲਾਗੇ ਦੀ ਲੰਘੀ, ਕੰਮੋ ਨੇ ਜਿਵੇਂ ਤ੍ਰਹਿ ਕੇ ਪਾਣੀ ਦੀ ਵਲਟੋਹੀ ਚੁੱਕ ਲਈ। ਵਲਟੋਹੀ ਦਾ ਭਾਰ ਸ਼ਾਇਦ ਕੰਮੋ ਦੇ ਮੋਢੇ ਕੋਲੋਂ ਸਿਹਾ ਨਹੀਂ ਸੀ ਜਾਂਦਾ। ਵਲਟੋਹੀ ਕੰਮੋ ਦੇ ਮੋਢੇ ਤੋਂ ਤਿਲਕਣ ਨੂੰ ਪਈ। ਵਲਟੋਹੀ ਦੇ ਥੱਲੇ ਟਿਕੀ ਹੋਈ ਕੰਮੋ ਦੇ ਖੱਬੇ ਹੱਥ ਦੀ ਤਲੀ ਗੁੱਟ ਕੋਲੋਂ ਦੂਰੀ ਹੋਣ ਤੇ ਆ ਗਈ ਸੀ। ਸੱਜੇ ਹੱਥ ਨਾਲ ਵਲਟੋਹੀ ਦੇ ਮੂੰਹ ਨੂੰ ਆਸਰਾ ਦਿੱਤੀ ਕੰਮੋ ਦੇ ਮੂੰਹੋਂ ਨਿਕਲਿਆ, ਮਾਂ ਨੀ। ਪੂਰੋ ਦੇ ਪੈਰ ਖੜ ਗਏ। ਉਹ ਕੰਮੋ ਦੇ ਮੋਢੇ ਕੋਲ ਹੋ ਗਈ। ਉਸਦਾ ਜੀ ਕੀਤਾ 10-12 ਵਰਿਆਂ ਦੀ ਢਿੰਗਰ ਜਿਹੀ ਕੰਮੋ ਦੇ ਮੋਢਿਆਂ ਤੋਂ ਵਲਟੋਹੀ ਚੁੱਕ ਲਵੇ। ਕੰਮੋ ਉਹਦੇ ਲਾਗ ਤੁਰੀ ਜਾਵੇ। ਕੰਮੋ ਜਿਹੜੀ ਪੈਰੋਂ ਵਾਹਣੀ ਸੀ, ਤੇ ਕੰਮੋ ਜਿਹੜੀ ਸਦਾ ਖੱਦਰ ਦੀ ਸਾਵੀ ਸੁੱਥਣ ਦੇ ਪਹੁੰਚੇ ਛੁੰਗੀ ਰੱਖਦੀ ਸੀ, ਤੇ ਕੰਮੋ ਜਿਹਦੇ ਲੀਕਾਂ ਵਾਲੇ ਝੱਗੇ ਦੀ ਮੋਢੇ ਕੋਲ ਲੱਗੀ ਹੋਈ ਟਾਕੀ ਕਦੇ ਉੱਧੜ ਜਾਂਦੀ ਸੀ, ਕਦੇ ਫੇਰ ਲੱਗ ਜਾਂਦੀ ਸੀ, ਤੇ ਕੰਮੋ ਜਿਹਦੀ ਮੈਲੀ ਚੁੰਨੀ ਦੇ ਹਮੇਸ਼ਾ ਲੰਗਾਰ ਲੱਥੇ ਰਹਿੰਦੇ ਸਨ, ਤੇ ਕੰਮੋ ਜਿਹਦੀਆਂ ਲਿੰਬਾਂ ਹਮੇਸ਼ਾ ਵਾਣ ਵਾਂਗ ਖੌਰੀਆਂ ਤੇ ਖਿੰਡੀਆਂ ਰਹਿੰਦੀਆਂ ਸਨ, ਤੇ ਕੰਮੋ ਜਿਸਨੂੰ ਹਮੇਸ਼ਾ ਪੂਰੋ ਨੇ ਦੂਰੋਂ ਹੀ ਤੱਕਿਆ ਸੀ, ਅੱਜ ਕੋਲ ਹੋ ਕੇ ਉਹਦੇ ਉਹਨਾਂ ਮੋਢਿਆਂ ਤੋਂ ਵਲਟੋਹੀ ਚੁੱਕ ਲਵੇ ਜਿਨ੍ਹਾਂ ਮੋਢਿਆਂ ਦੀਆਂ ਹੱਡੀਆਂ ਪਿੱਤਲ ਦੀ ਵਲਟੋਹੀ ਨਾਲ ਪਈਆਂ ਵੱਜਦੀਆਂ ਸਨ। ਬੜੀ ਦੇਰ ਹੋ ਗਈ ਏ। ਭਾਂਡੇ ਦੇ ਭਾਰ ਹੇਠਾਂ ਦੱਬੀ ਹੋਈ ਕੰਮੋ ਨੇ ਜਿਵੇਂ ਪੂਰੋ ਕੋਲੋਂ ਅਜੇ ਦੇਰ ਨਾ ਹੋਣ ਦਾ ਇੱਕ ਹੌਸਲਾ ਮੰਗਿਆ। ਅਜੇ ਤੇ ਦਿਨ ਵੀ ਨਹੀਂ ਫੁੱਟਿਆ, ਪੂਰੋ ਨੇ ਠਰਮੇ ਨਾਲ ਕਿਹਾ। ਕੁੜੀ ਨੂੰ ਖੌਰੇ ਹੌਸਲਾ ਆ ਗਿਆ। ਉਹਨੇ ਮੋਢਿਆਂ ਦਾ ਭਾਰ ਫੇਰ ਜ਼ਮੀਨ ਉੱਤੇ ਧਰ ਦਿੱਤਾ। ਵਲਟੋਹੀ ਦੇ ਮੂੰਹ ਵਿੱਚੋਂ ਬੁੱਕ-ਕੂ ਪਾਣੀ ਛੁਲਕ ਕੇ ਕੰਮੋ ਦੇ ਮੋਢਿਆਂ ਉੱਤੇ ਆ ਪਿਆ। ਘਸੀਆਂ ਹੋਈਆਂ ਲੀਕਾਂ ਵਾਲੇ ਝੱਗੇ ਨੂੰ ਤਰੌਂਕ ਕੇ ਪਾਣੀ ਨੇ ਕੰਮੋ ਦੇ ਪਿੰਡੇ ਨੂੰ ਠਾਰਿਆ। ਸਿਆਲੇ ਦੀ ਇੱਕ ਕੰਬਣੀ ਕੰਮੋ ਦੇ ਮਾਸ ਵਿੱਚ ਫਿਰ ਗਈ। ਪੂਰੋ ਥੰਮ ਗਈ। ਕੰਮੋ ਆਪਣੇ ਪੀਲੇ ਮੂੰਹ ਨਾਲ ਪੂਰੋ ਵੱਲ ਤੱਕ ਕੇ ਹੱਸ ਜਾ ਪਈ। ਘੜੀ ਕੁ ਪਹਿਲਾਂ ਕੰਮੋ ਦੇਰ ਦੇ ਡਰ ਨਾਲ ਤੇ ਭਾਂਡੇ ਦੇ ਭਾਰ ਨਾਲ ਸਹਿਮੀ ਹੋਈ ਸੀ। ਕੰਮੋ ਦੇ ਮੂੰਹ ਉੱਤੇ ਉਹ ਜੰਮਿਆ ਹੋਇਆ ਸਹਿਮ ਹੀ ਹਮੇਸ਼ਾ ਪੂਰੋ ਨੇ ਵੇਖਿਆ ਸੀ। ਉਸ ਘੜੀ ਉਹਦੇ ਚੌੜੇ ਹੋਠਾਂ ਉੱਤੇ ਖਿਲਰਿਆ ਹੋਇਆ ਹਾਸਾ ਪੂਰੋ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਸ ਕੁੜੀ ਨੂੰ ਹਾਸਾ ਹੱਸਣਾ ਹੀ ਨਾ ਆਉਂਦਾ ਹੋਵੇ, ਤੇ ਉਹ ਐਵੇਂ ਆਪਣੇ ਬੁੱਲਾਂ ਨੂੰ ਮਰੋੜਦੀ ਪਈ ਹੋਵੇ ਜਿਵੇਂ ਕਿਸੇ ਨੂੰ ਮੂੰਹ ਚਗਾਈਦਾ ਹੈ। ਕੰਮੋ, ਤੂੰ ਰੋਜ਼ ਇਸੇ ਵੇਲੇ ਆਉਣੀ ਏ? ਪੂਰੋ ਨੇ ਕੰਮੋ ਨੂੰ ਪੈਂਦੀਆਂ ਆਵਾਜ਼ਾਂ ਤੋਂ ਕੰਮੋ ਦਾ ਨਾਂ ਸੁਣਿਆ ਹੋਇਆ ਸੀ। ਅੱਜ ਕੁਝ ਦੇਰ ਹੋ ਗਈ ਲੱਗਦੀ ਏ, ਮੈਨੂੰ ਮਾਰ ਪਏਗੀ। ਕੰਮੋ ਨੇ ਫੇਰ ਵਲਟੋਹੀ ਨੂੰ ਹੱਥ ਪਾ ਲਿਆ ਜਿਵੇਂ ਵੇਲੇ ਤੇ ਵਕਤ ਦਾ ਨਾਂ ਉਹਦੇ ਵਾਸਤੇ ਬੜਾ ਡਰਾਉਣਾ ਸੀ। ਉਹਦਾ ਹਾਸਾ ਕੱਚੇ ਰੰਗ ਵਾਂਗਣ ਉਹਦੇ ਮੂੰਹ ਤੋਂ ਲਹਿ ਗਿਆ ਤੇ ਹੇਠੋਂ ਉਹ ਪਹਿਲਾਂ ਜੰਮਿਆ ਹੋਇਆ ਸਹਿਮ ਉਹਦੇ ਮੂੰਹ ਤੇ ਨਿਕਲ ਆਇਆ। ਕੰਮੋ, ਉਹ ਤੇਰੀ ਕੀ ਲੱਗਦੀ ਏ? ਚਾਚੀ, ਕੰਮੋ ਨੇ ਕਿਹਾ ਤੇ ਕੰਮੋ ਦੀ ਬਾਂਹ ਵਲਟੋਹੀ ਦੇ ਭਾਰ ਹੇਠਾਂ ਮੁੜਕ ਗਈ। ਖੌਰੇ ਉਹਦੇ ਭਾਰ ਨਾਲ ਕਿ ਖੌਰੇ ਚਾਚੀ ਦੇ ਹਰਫ ਨਾਲ। ਜੇ ਤੂੰ ਕਹੇ ਮੈਂ ਤੇਰੀ ਵਲਟੋਹੀ ਚਾ ਲਵਾਂ, ਪੂਰੋ ਨੇ ਕਿਹਾ, ਪਰ ਆਪਣੀ ਬਾਂਹ ਅੱਗੇ ਕੋਈ ਨਾ ਕੀਤੀ। ਉਸਨੂੰ ਚੰਗੀ ਤਰ੍ਹਾਂ ਚੇਤੇ ਸੀ ਕਿ ਸਾਰੇ ਲੋਕੀ ਜਾਣਦੇ ਨੇ ਉਹਦਾ ਨਾਂ ਹਮੀਦਾ ਏ। ਹਮੀਦਾ, ਰਸ਼ੀਦੇ ਦੀ ਔਰਤ, ਤੇ ਕੰਮੋ ਇੱਕ ਹਿੰਦੂ ਕੁੜੀ ਏ। ਵਲਟੋਹੀ ਪਿੱਟ ਜਾਏਗੀ, ਕੰਮੋ ਨੇ ਨਿਝੱਕ ਆਖਿਆ। ਪਾਣੀ ਤੇ ਨਹੀਂ ਨਾ ਪਿੱਟਣ ਲੱਗਾ, ਮੈਂ ਪਾਣੀ ਨੂੰ ਹੱਥ ਨਹੀਂ ਲਾਂਦੀ, ਜਾ ਕੇ ਬਾਹਰੋਂ ਵਲਟੋਹੀ ਮਾਂਜ ਲਵੀਂ। ਪੂਰੋ ਕਹਿੰਦੀ ਹੱਸ ਪਈ। ਕੰਮੋ ਵੀ ਜਿਵੇਂ ਹੱਸ ਪਈ, ਪਰ ਕੰਮੋ ਨੇ ਵਲਟੋਹੀ ਚੁੱਕੀ ਰੱਖੀ। ਦੋਵੇਂ ਮਸਾਂ ਗਿਣਵੇਂ ਕਦਮ ਹੀ ਗਈਆਂ ਸਨ, ਕੰਮੋ ਦਾ ਪੈਰ ਦੂਰਾ ਜਾ ਪਿਆ। ਪੂਰੋ ਨੇ ਡਿੱਗਦੀ ਵਲਟੋਹੀ ਫੜ ਲਈ, ਪਰ ਕੰਮੋ ਰੋੜਾਂ ਉੱਤੇ ਢਹਿ ਪਈ। ਉਸਦਾ ਪੈਰ ਮਚਕੋੜਿਆ ਗਿਆ ਸੀ। ਪੂਰੋ ਨੇ ਵਲਟੋਹੀ ਧਰ ਕੇ ਕੰਮੋ ਦਾ ਪੈਰ ਨੱਪਿਆ, ਹੱਥ ਦੀ ਤਲੀ ਨਾਲ ਉਹਦੇ ਗਿੱਟੇ ਕੋਲੋਂ ਪੈਰ ਨੂੰ ਮਲਿਆ। ਲੰਘੇ ਵਾਹ ਕੰਮੋ ਉੱਠਣ ਜੋਗੀ ਹੋ ਪਈ। ਪੂਰੋ ਵਲਟੋਹੀ ਚੁੱਕ ਕੇ ਉਹਦੇ ਨਾਲ ਤੁਰਦੀ ਗਈ। ਮਾਂ ਨੀ, ਕੰਮੋ ਦਾ ਰੋਣ ਨਿਕਲ ਗਿਆ। ਪੂਰੋ ਨੂੰ ਇਵੇਂ ਲੱਗਾ ਜਿਵੇਂ ਕੰਮੋ ਆਪਣੇ ਸਾਰੇ ਦੁੱਖਾਂ ਦੇ ਉਲਾਂਭੇ ਆਪਣੀ ਮੋਈ ਹੋਈ ਮਾਂ ਨੂੰ ਪਈ ਦਿੰਦੀ ਹੋਵੇ। ਜੰਮ ਸਾੜ ਕੇ ਸਾਡੇ ਜੋਗੀ ਧਰ ਗਏ ਨੇ, ਪੂਰੋ ਨੇ ਕਈ ਵਾਰੀ ਕੰਮੋ ਦੀ ਚਾਚੀ ਨੂੰ ਕਹਿੰਦਿਆਂ ਸੁਣਿਆ ਸੀ। ਕੰਮੋ ਦੀ ਨਾ ਮਾਂ ਸੀ ਨਾ ਪਿਓ। ਪਿਓ ਤੇ ਖੌਰੇ ਕੰਮੋ ਦਾ ਜਿਉਂਦਾ ਸੀ, ਪਰ ਕਹਿੰਦੇ ਸਨ ਕਿ ਉਹਨੇ ਸ਼ਹਿਰ ਵਿੱਚ ਕੋਈ ਜ਼ਨਾਨੀ ਰੱਖੀ ਹੋਈ ਸੀ ਜਿਹੜੀ ਕੰਮੋ ਨੂੰ ਮੱਥੇ ਨਹੀਂ ਸੀ ਲਾਂਦੀ, ਤੇ ਇਸੇ ਲਈ ਕੰਮੋ ਦਾ ਪਿਓ ਵੀ ਕੰਮੋ ਨੂੰ ਮੱਥੇ ਨਹੀਂ ਸੀ ਲਾਂਦਾ। ਪੂਰੋ ਸੋਚੀ ਗਈ, ਮਾਵਾਂ ਮਰ ਜਾਣ ਤੇ ਪਿਓ ਵੀ ਮਤਰੇਏ ਹੋ ਜਾਂਦੇ ਨੇ। ਸੋਚਦੀ ਆਪਣੀਆਂ ਸੋਚਾਂ ਵਿੱਚ ਲੈ ਗਈ। ਮਾਵਾਂ ਜਿਉਂਦੀਆਂ ਹੋਣ ਤੇ ਤਾਂ ਵੀ ਪਿਓ ਮਤਰੇਏ ਹੋ ਜਾਂਦੇ ਨੇ, ਮਾਵਾਂ ਵੀ ਮਤਰੇਈਆਂ ਹੋ ਜਾਂਦੀਆਂ ਨੇ। ਪਿੰਡ ਦਾ ਮੂੰਹ ਸਾਫ਼ ਦਿਸਣ ਲੱਗ ਪਿਆ ਸੀ। ਚਾਨਣਾ ਵੀ ਉੱਚਾ ਹੋ ਗਿਆ ਸੀ ਤੇ ਉਹਨਾਂ ਦੀ ਗਲੀ ਵਾਲਾ ਮੋੜ ਵੀ ਨੇੜੇ ਆ ਗਿਆ ਸੀ। ਨਾਲੇ ਦੋਹਾਂ ਨੂੰ ਡਰ ਸੀ, ਪੂਰੋ ਨੂੰ ਵਲਟੋਹੀ ਚੁੱਕਿਆ ਕੋਈ ਤੱਕ ਲਏਗਾ। ਕੰਮੋ ਨੇ ਥਿੜਕਦੇ ਪੈਰਾਂ ਨਾਲ ਵਲਟੋਹੀ ਸੰਭਾਲੀ। ਪੂਰੋ ਨੇ ਕਾਲੇ ਕਦਮ ਪੁੱਟੇ ਤੇ ਕੰਮੋ ਨਾਲੋਂ ਨਿਖੜ ਕੇ ਗਲੀ ਵੱਲ ਹੋ ਪਈ। ਉਸੇ ਦੁਪਹਿਰ ਨੂੰ ਮੁੰਡਾ ਖੇੜੇ ਪਿਆ ਹੋਇਆ ਸੀ ਤੇ ਪੂਰੋ ਆਪਣੇ ਮੁੰਡੇ ਨੂੰ ਵਰਾਂਦੀ ਪਈ ਸੀ ਜਦੋਂ ਕੰਮੋ ਉਹਦਾ ਬੂਹਾ ਧੱਕ ਕੇ ਉਹਦੇ ਘਰ ਆਈ। ਪੂਰੋ ਨੇ ਅਗਾਂਹ ਹੋ ਕੇ ਕੰਮੋ ਨੂੰ ਆਪਣੇ ਪਾਸੇ ਨਾਲ ਘੁੱਟ ਲਿਆ। ਉਸਨੂੰ ਜਾਪਿਆ ਉਹਦੇ ਮੁੰਡੇ ਨਾਲੋਂ ਵੀ ਬਹੁਤੀ ਕੰਮੋ ਉਹਦੇ ਵਰਾਣ ਜੋਗੀ ਸੀ। ਕੰਮੋ ਜਿਹਦੇ ਸੁੱਕੇ ਅਥਰੂਆਂ ਨੂੰ ਕੋਈ ਨਹੀਂ ਸੀ ਚੱਲਦਾ। ਪੂਰੋ ਦੀ ਬਾਂਹ ਵਿੱਚ ਕੰਮੋ ਦੇ ਅਥਰੂ ਢਹਿ ਪਏ। ਪੂਰੋ ਦਾ ਇਹੋ ਹੀ ਜੀ ਕਰੇ ਜਿਵੇਂ ਉਹ ਜਵੇਦ ਦੀ ਮਾਂ ਏ ਤਿਵੇਂ ਕੰਮੋ ਦੀ ਮਾਂ ਬਣ ਜਾਏ।
ਕੰਮੋ ਅੜੀਆਂ ਕਰੇ, ਕੰਮੋ ਖਹਿੜੇ ਪਵੇ ਤੇ ਉਹ ਕੰਮੋ ਨੂੰ ਚੁੱਕ ਚੁੱਕ ਵਰਾਵੇ, ਕੰਮੋ ਨੂੰ ਲੈ ਲੈ ਫਿਰੇ, ਕੰਮੋ ਨੂੰ ਚੁੰਮ ਚੁੰਮ ਥੱਕੇ। ਉਹ ਜਵੇਦ ਦੀ ਮਾਂ ਬਣ ਜਾਵੇ। ਉਹ ਇੱਕ ਚੰਗੀ ਧੀ ਨਹੀਂ ਬਣ ਸਕੀ, ਉਹ ਇੱਕ ਚੰਗੀ ਮਾਂ ਬਣ ਜਾਵੇ। ਕੰਮੋ ਹਿੰਦੂ ਸੀ ਤੇ ਪੂਰੋ ਇੱਕ ਮੁਸਲਮਾਨੀ ਸੀ, ਭਾਵੇਂ ਅਜੇ ਤੱਕ ਉਹ ਆਪਣੇ ਆਪ ਨੂੰ ਪੂਰੋ ਹੀ ਸੋਚਦੀ ਸੀ। ਕੰਮੋ ਨੇ ਪੂਰੋ ਦੇ ਘਰੋਂ ਕੁਝ ਖਾਣਾ ਨਹੀਂ ਸੀ। ਪੂਰੋ ਦਾ ਜੀ ਕਰਦਾ ਸੀ ਉਹ ਕੰਮੋ ਨੂੰ ਗਰਾਹੀਆਂ ਦੇਵੇ, ਉਹ ਕੰਮੋ ਨੂੰ ਦੁੱਧ ਦਾ ਕਟੋਰਾ ਪਿਆਵੇ। ਪੂਰੋ ਨੇ ਫੇਰ ਕੰਮੋ ਦਾ ਪੈਰ ਮਲਿਆ, ਹੱਥਾਂ ਦੀਆਂ ਤਲੀਆਂ ਨਾਲ ਤੱਤਾ ਘਿਓ ਚੱਸਿਆ, ਰੂਹ ਦੇ ਲੋਗੜ ਨਾਲ ਸੇਕ ਕੀਤਾ। ਹੁਣ ਕੰਮੋ ਕਾਲੀ ਪੈ ਗਈ। ਉਹਦੀ ਚਾਚੀ ਦਾ ਲੰਬਾ ਝਾੜੂ ਉਹਦੀਆਂ ਅੱਖਾਂ ਵਿੱਚ ਸਲਾਈਆਂ ਵਾਂਗਣ ਫਿਰਦਾ ਪਿਆ ਸੀ। ਕੰਮੋ ਤੁਲਾਈ ਨਗਿੰਦਣ ਵਾਲੀ ਸੂਈ ਲੈਣ ਦੇ ਬਹਾਨੇ ਆਈ ਸੀ। ਪੂਰੋ ਨੇ ਕੰਮੋ ਨੂੰ ਬਦਾਮਾਂ ਵਾਲਾ ਗੁੜ ਖਵਾਇਆ ਤੇ ਤੁਲਾਈ ਨਗਿੰਦਣ ਵਾਲੀ ਸੂਈ ਕੱਢ ਕੇ ਦੇ ਦਿੱਤੀ। ਸਿਆਲਾ ਪੈਰੋਂ ਪੈਰ ਉਤਰਦਾ ਆਉਂਦਾ ਸੀ। ਲੋਕਾਂ ਦੇ ਪਿੰਡਿਆਂ ਦੁਆਲੇ ਕੱਪੜੇ ਹੁਣ ਮੋਟੇ ਹੋ ਗਏ ਸਨ। ਲੋਕਾਂ ਨੇ ਰੂੰ ਭਰਵਾ ਕੇ ਕਾਲੀ ਛੀਂਟ ਦੀਆਂ ਫਤੂਈਆਂ ਬਣਵਾਈਆਂ ਸਨ। ਲੋਕਾਂ ਨੇ ਮੋਟੇ ਖੇਸਾਂ ਦੀਆਂ ਬੁੱਕਲਾਂ ਵਿੱਚ ਆਪਣੇ ਮੋਢਿਆਂ ਨੂੰ ਲਪੇਟ ਲਿਆ ਸੀ। ਕੰਮੋ ਆਪਣੀ ਉਮਰ ਦੇ ਵਰਿਆਂ ਨੂੰ ਖਾਂਦੀ ਜਾਂਦੀ ਸੀ। ਨਾ ਕੰਮੋ ਦੇ ਪਿੰਡੇ ਉੱਤੇ ਜਵਾਨੀ ਚੜ੍ਹਦੀ ਸੀ, ਨਾ ਕੰਮੋ ਦੇ ਪਿੰਡੇ ਉੱਤੇ ਕੱਪੜੇ ਵੱਟਦੇ ਸਨ। ਕੰਮੋ ਦੇ ਵਾਹਣੇ ਪੈਰ ਹੁਣ ਠੁਰਕਣ ਲੱਗ ਪਏ ਸਨ। ਪੂਰੋ ਨੇ ਕੰਮੋ ਲਈ ਇੱਕ ਨਵੀਂ ਜੁੱਤੀ ਬਣਵਾਈ, ਪਰ ਕੰਮੋ ਦੇ ਪੈਰਾਂ ਵਿੱਚ ਉਸ ਜੁੱਤੀ ਦਾ ਪੈ ਜਾਣਾ ਸੌਖਾ ਨਹੀਂ ਸੀ। ਸੋਚ ਕੇ ਇਹੋ ਗੱਲ ਬਣੀ ਭਈ ਕੰਮੋ ਨੇ ਉਹ ਜੁੱਤੀ ਪਾ ਲਈ ਤੇ ਚਾਚੀ ਨੂੰ ਆਖਿਆ, ਸਾਹਮਣੇ ਕਮਾਦ ਵਾਲੇ ਖੇਤ ਵਿੱਚੋਂ ਪਈ ਹੋਈ ਲੱਭੀ ਏ। ਚਾਚੀ ਮੰਨੇ ਤੇ ਨਾ ਪਈ ਕਿਹੜੀ ਏ ਜਿਹੀ ਪਿੰਡ ਵਿੱਚ ਜਿਹੜੀ ਆਪਣੀ ਨਵੀਂ ਜੁੱਤੀ ਇਉਂ ਖੜਾ ਆਵੇ, ਪਰ ਚੁੱਪ ਕਰ ਰਹੀ। ਕੰਮੋ ਦੇ ਪੈਰੀਂ ਜੁੱਤੀ ਪਈ ਰਹੀ। ਪਰ ਨਵੀਆਂ ਚੀਜ਼ਾਂ ਰੋਜ਼-ਰੋਜ਼ ਤੇ ਨਹੀਂ ਕਿਸੇ ਨੂੰ ਲੱਭ ਸਕਦੀਆਂ। ਪੂਰੋ ਕੰਮੋ ਦੀਆਂ ਠੁਰਕਦੀਆਂ ਹੱਡੀਆਂ ਨੂੰ ਤੱਕਦੀ ਰਹਿੰਦੀ। ਸਿਰਫ ਸਵੇਰ ਦਿਆਂ ਹਨੇਰਿਆਂ ਨੂੰ ਪਤਾ ਸੀ ਕਿ ਪੂਰੋ ਰੋਜ਼ ਕੰਮੋ ਦੀ ਇੱਕ ਅੱਧ ਵਲਟੋਈ ਚੁੱਕ ਕੇ ਕੰਮੋ ਨੂੰ ਸਾਹ ਕਢਾਉਂਦੀ। ਕੰਮੋ ਇੱਕ ਅੱਧਾ ਫੇਰਾ ਪੂਰੋ ਦੇ ਘਰ ਵੀ ਲਾਂਦੀ। ਕਦੇ ਵੇਲਣੇ ਵਿੱਚ ਕਪਾਹ ਵੇਲ ਕੱਢਦੀ, ਕਦੀ ਚੱਕੀ ਵਿੱਚ ਛੋਲੇ ਦਲ ਲੈਂਦੀ, ਕਦੇ ਚੱਟੂ ਵਿੱਚ ਮਸਾਲਾ ਪੀ ਲੈਂਦੀ। ਪੂਰੋ ਉਹਦਾ ਹੱਥ ਵਟਾਉਂਦੀ। ਚਾਚੀ ਦਾ ਸਬਰ ਕੱਤਾ ਕੰਮ ਹੋ ਜਾਂਦਾ। ਨਿੱਕਾ ਜਿਹਾ ਜਵੇਦ ਕੰਮੋ ਨਾਲ ਹਿਲ ਗਿਆ ਸੀ। ਕਦੇ ਕੰਮੋ ਨਾ ਆਉਂਦੀ ਤੇ ਪੂਰੋ ਉਹਨੂੰ ਨਿੱਕੇ ਮੁੰਡੇ ਦਾ ਉਲਾਂਭਾ ਦੇਂਦੀ। ਕੰਮੋ ਲੱਗੇ ਦਾ ਕਦੇ ਘੁਸਾਉਂਦੀ ਨਹੀਂ ਸੀ। ਹੁਣ ਪੂਰੋ ਤੇ ਕੰਮੋ ਮਾਵਾਂ ਧੀਆਂ ਵਾਂਗਣ ਇੱਕ ਦੂਜੀ ਨਾਲ ਭਿੜ ਲੈਂਦੀਆਂ ਤੇ ਦੋ ਸਹੇਲੀਆਂ ਵਾਕਰ ਇੱਕ ਦੂਜੀ ਨਾਲ ਚੰਬੜ ਬਹਿੰਦੀਆਂ। ਕਈ ਵਾਰ ਪੂਰੋ ਦਾ ਜੀ ਕਰਦਾ ਉਹ ਕੰਮੋ ਲਈ ਕੁਝ ਬਣਾਏ। ਕੰਮੋ ਦੇ ਸੁੱਕੇ ਢਿੰਗਰ ਅੰਗਾਂ ਵਿੱਚ ਹੁਣ ਨਿੱਕਾ ਜਿਹਾ ਉਭਾਰ ਆਉਣ ਲੱਗ ਪਿਆ ਸੀ। ਕੰਮੋ ਦੀਆਂ ਪਿਚਕੀਆਂ ਹੋਈਆਂ ਗੱਲਾਂ ਉੱਤੇ ਇੱਕ ਫੇਰ ਆ ਗਿਆ ਸੀ। ਪੂਰੋ ਦੇ ਘਰ ਆ ਕੇ ਕੰਮੋ ਆਪਣਾ ਸਿਰ ਵਾਂਹਦੀ। ਪੂਰੋ ਥਿੰਦੇ ਦੇ ਹੱਥ ਲਾ ਕੇ ਕੰਮੋ ਦੀਆਂ ਮੇਢੀਆਂ ਕਰਦੀ। ਇੱਕ ਦਿਹਾੜੇ ਸਵੇਰ ਦੇ ਮੂੰਹ ਹਨੇਰਿਆਂ ਵਿੱਚ ਕੰਮੋ ਪੂਰੋ ਨੂੰ ਫੜ ਕੇ ਰੋਵੇ ਹੀ ਰੋਵੇ। ਪੂਰੋ ਨੇ ਨੀਝ ਲਾ ਕੇ ਤੱਕਿਆ। ਕੰਮੋ ਗੰਨੇ ਦੀ ਛਿੱਲੜ ਵਾਂਗ ਪੀਤੀ ਹੋਈ ਸੀ। ਪੂਰੋ ਨੇ ਬੜਾ ਕਲੇਜੇ ਨਾਲ ਲਾਇਆ, ਮੱਥਾ ਚੁੰਮਿਆ, ਪਰ ਕੰਮੋ ਸੀ ਉਹਨੂੰ ਰੋਂਦਿਆਂ ਸਾਹ ਨਹੀਂ ਸੀ ਆਉਂਦਾ। ਉਸਦੀ ਰੋ ਕੇ ਚੁੰਨੀ ਭਿੱਜੀ ਹੋਈ ਸੀ। ਉਸਦੇ ਰੋ ਕੇ ਹੱਥ ਭਿੱਜੇ ਹੋਏ ਸਨ। ਮੇਰੀ ਚਾਚੀ ਕਹਿੰਦੀ ਏ ਜੇ ਤੂੰ ਹੁਣ ਉਹਦੇ ਘਰ ਗਈ ਮੈਂ ਤੇਰਾ ਸੀਰਮਾ ਪੀ ਛੱਡਾਂਗੀ। ਅਖੀਰ ਕੰਮੋ ਨੇ ਕਿਹਾ ਤੇ ਪੂਰੋ ਦੀ ਛਾਤੀ ਨਾਲ ਸਿਰ ਲਾ ਕੇ ਰੱਜ ਕੇ ਫਿੱਸੀ, ਜਿਵੇਂ ਪੂਰੋ ਇੱਕੋ ਇੱਕ ਉਹਦਾ ਆਸਰਾ ਸੀ ਤੇ ਕੰਮੋ ਨੂੰ ਕੋਈ ਲੱਤਾਂ ਤੋਂ ਧਰੂ ਕੇ ਪਿਆ ਲਿਜਾਂਦਾ ਸੀ। ਪਰ ਕਿਉਂ, ਮੈਂ ਕੀ ਕੀਤਾ ਏ? ਪੂਰੋ ਨੇ ਰਹਿ ਕੇ ਪੁੱਛਿਆ। ਚਾਚੀ ਕਹਿੰਦੀ ਏ, ਸੁਣਿਆ ਏ ਉਹ ਤੇ ਉੱਦਲ ਕੇ ਆਈ ਹੋਈ ਏ, ਤੂੰ ਵੀ ਉਸੇ ਤਰ੍ਹਾਂ ਉੱਦਲ ਜਾਵੇਂਗੀ। ਕੰਮੋ ਨੇ ਰੋਣ ਠੱਲ ਕੇ ਆਖਿਆ। ਸਵੇਰ ਦਾ ਚਾਨਣ ਚਿੱਟਾ ਹੁੰਦਾ ਜਾਂਦਾ ਸੀ। ਪੂਰੋ ਟੁੱਟੀ ਹੋਈ ਪੂਣੀ ਵਾਂਗਣ ਹੋ ਗਈ। ਝੂਠ ਵਰਗਾ ਸੱਚ। ਪੂਰੋ ਦੇ ਮਨ ਨੂੰ ਉੱਤੋਂ ਡਿੱਤੀ ਦੀਆਂ ਸੱਟਾਂ ਲੱਗਦੀਆਂ ਰਹੀਆਂ ਸਨ ਤੇ ਉਸਦਾ ਦਿਲ ਦਿਮਾਗ ਘੱਟ ਤੋਂ ਘੱਟ 10 ਵਰ੍ਹੇ ਵੱਡਾ ਹੋ ਗਿਆ ਸੀ। ਪੂਰੋ ਦੀ ਉਮਰ 20 ਨੂੰ ਵੀ ਨਹੀਂ ਸੀ ਟੱਪੀ, ਪਰ ਉਸਨੂੰ ਜੋ ਕੁਝ ਉਮਰ ਨਹੀਂ ਸੀ ਸਿਖਾ ਸਕਦੀ, ਉਸਨੂੰ ਉਸਦੇ ਜੀਵਨ ਦੀਆਂ ਸੱਟਾਂ ਨੇ ਉਹ ਕੁਝ ਸਿਖਾ ਦਿੱਤਾ। ਇੱਕ ਸਿਆਣੇ ਵਿਚਾਰਵਾਨ ਵਾਕਰ ਪੂਰੋ ਗਹਿਰ ਗੰਭੀਰ ਹੋ ਗਈ। ਉਸਦਾ ਮਨ ਬੜਾ ਤਿੱਖਾ ਸੋਚਦਾ ਸੀ, ਕਈ ਕੁਝ ਸੋਚਦਾ ਸੀ, ਪਰ ਉਸਨੂੰ ਕਹਿਣਾ ਨਹੀਂ ਸੀ ਆਉਂਦਾ। ਉਸਦੇ ਸਾਰੇ ਵਲਵਲੇ ਪਾਣੀ ਦੀ ਟੱਕਰ ਵਿੱਚੋਂ ਬਣਦੀ ਝੱਗ ਵਾਕਰ ਉੱਠਦੇ ਤੇ ਫਿਰ ਪਾਣੀ ਦੇ ਵਿੱਚੇ ਸਮੋ ਜਾਂਦੇ। ਕਦੇ ਕਦਾਈ ਪੂਰੋ ਰਹੀਮੇ ਹੋਰਾਂ ਦੇ ਘਰ ਉਹਦੀਆਂ ਤੀਵੀਆਂ ਕੋਲ ਜਾਂਦੀ ਹੁੰਦੀ ਸੀ। ਉਹਨਾਂ ਦੇ ਗੁਆਂਢ ਇੱਕ ਜਵਾਨ ਜਹਾਨ ਜਿਹੀ ਕੁੜੀ ਦਾ ਪੀਲਾ ਮੂੰਹ ਉਸਨੂੰ ਬੜਾ ਖਿੱਚਦਾ ਹੁੰਦਾ ਸੀ। ਪੂਰੋ ਕਈ ਵਾਰ ਔੜਦੀ ਸੀ ਉਹਨੂੰ ਬੁਲਾ ਲਵੇ। ਖੌਰੇ ਕਿਸੇ ਦੁਖੀਏ ਨੂੰ ਦੁਖੀਏ ਦੀ ਸਾਰ ਹੁੰਦੀ ਹੈ। ਕੁੜੀ ਦੇ ਪੀਲੇ ਮੂੰਹ ਉੱਤੇ ਬੜੀਆਂ ਲੱਥੀਆਂ ਹੋਈਆਂ ਅੱਖਾਂ ਸਨ ਤੇ ਉਹ ਵੀ ਪੂਰੋ ਵੰਨੀ ਕੁਝ ਇਸ ਤਰ੍ਹਾਂ ਉਲਰ ਪੈਂਦੀਆਂ ਸਨ ਜਿਵੇਂ ਉਹਨਾਂ ਨੂੰ ਵੀ ਪੂਰੋ ਦੀ ਕੋਈ ਲੋੜ ਸੀ। ਹੁੰਦਿਆਂ ਪੂਰੋ ਨੂੰ ਪਤਾ ਲੱਗਾ ਪਿਛਲੇ ਤੋਂ ਪਿਛਲੇ ਸਾਲ ਇਸ ਕੁੜੀ ਦਾ ਵਿਆਹ ਹੋਇਆ ਸੀ। ਕੋਈ ਕਹਿੰਦਾ ਸੀ ਉਸ ਨੂੰ ਜਿੰਨ ਭੂਤ ਦੀ ਪਕੜ ਹੋ ਗਈ ਸੀ, ਕੋਈ ਕਹਿੰਦਾ ਸੀ ਉਸ ਨੂੰ ਕੋਈ ਅੰਦਰੂਨੀ ਬਿਮਾਰੀ ਲੱਗ ਗਈ ਸੀ। ਪਤਾ ਨਹੀਂ ਉਸ ਨੂੰ ਕੀ ਵਰਤਿਆ ਸੀ, ਪਰ ਗੰਢੇ ਦੀ ਭੂਕ ਵਾਂਗਣ ਉਸ ਕੁੜੀ ਦਾ ਪਿੰਡਾ ਹੋ ਗਿਆ ਸੀ, ਵਸਾਰ ਦੀ ਗੰਢੀ ਵਾਂਗਣ ਉਸ ਕੁੜੀ ਦਾ ਮੂੰਹ ਹੋ ਗਿਆ ਸੀ। ਪੂਰੋ ਨੇ ਲੰਘਦਿਆਂ ਜਾਂਦਿਆਂ ਕੁੜੀ ਨਾਲ ਵਾਕਫੀ ਕਰ ਲਈ ਸੀ।
ਤੇ ਅੱਗੋਂ ਇਹ ਵਾਕਫੀ ਕੁੜੀ ਦੀ ਮਾਂ ਦੇ ਰਾਹੀਂ ਆਪਣੇ ਖੇਸ ਉਣਵਾ ਕੇ ਵਧਾ ਲਈ ਸੀ। ਕੁੜੀ ਨੂੰ ਸਾਰੇ ਤਾਰੋ ਸੱਦਦੇ ਸਨ। ਥੋੜ੍ਹੇ ਜਿਹੇ ਦਿਹਾੜਿਆਂ ਵਿੱਚ ਪੂਰੋ ਨੇ ਸੁਣਿਆ ਤਾਰੋ ਨੂੰ ਕਈ ਵਾਰ ਗਸ਼ਾਂ ਵੀ ਪੈ ਜਾਂਦੀਆਂ ਸਨ। ਉਹਨਾਂ ਦਿਨਾਂ ਵਿੱਚ ਤਾਰੋ ਪੇਕੇ ਆਈ ਹੋਈ ਸੀ ਤੇ ਹੁਣ ਉਹਨੇ ਆਪਣੇ ਸਹੁਰੇ ਤੁਰ ਜਾਣਾ ਸੀ। ਪੂਰੋ ਨੇ ਸੁਣਿਆ ਹਰ ਵਾਰ ਤਾਰੋ ਨੂੰ ਸਹੁਰੇ ਜਾਣ ਲੱਗਿਆਂ ਇਸੇ ਤਰ੍ਹਾਂ ਹੋ ਜਾਂਦਾ ਸੀ ਤੇ ਜਿਤਨੀ ਵਾਰ ਉਹ ਸਹੁਰਿਆਂ ਤੋਂ ਪਰਤ ਕੇ ਪੇਕੇ ਆਉਂਦੀ ਸੀ, ਹਰ ਵਾਰ ਉਹਦਾ ਮਾਸ ਅੱਗੇ ਨਾਲੋਂ ਵੱਧ ਸੁੱਕਾ ਹੋਇਆ ਹੁੰਦਾ ਸੀ। ਹਰ ਵਾਰ ਉਹਦੀਆਂ ਹੱਡੀਆਂ ਅੱਗੇ ਨਾਲੋਂ ਵੱਧ ਨਿਕਲੀਆਂ ਹੋਈਆਂ ਹੁੰਦੀਆਂ ਸਨ। ਦਿਲ ਹੀ ਦਿਲ ਵਿੱਚ ਸਾਰੇ ਵੇਖਣ ਚਾਖਣ ਵਾਲੇ ਸਮਝਦੇ ਸਨ ਭਈ ਜਿਵੇਂ 2-3 ਫੇਰਿਆਂ ਦੀ ਹੀ ਹੋਰ ਗੱਲ ਹੈ। ਫਿਰ ਹੋਰ ਸੁੱਕ ਜਾਣ ਵਾਸਤੇ ਉਹਦੇ ਪਿੰਡੇ ਉੱਤੇ ਮਾਸ ਰਹਿਣ ਹੀ ਨਹੀਂ ਲੱਗਾ, ਹੋਰ ਟੁੱਟਣ ਵਾਸਤੇ ਉਹਦੀਆਂ ਹੱਡੀਆਂ ਵਿੱਚ ਜਿੰਦ ਹੀ ਨਹੀਂ ਬਚਣ ਲੱਗੀ। ਪਰ ਮੂੰਹੋਂ ਕੋਈ ਕੁਝ ਕਹਿੰਦਾ ਨਹੀਂ ਸੀ। ਨਾ ਲੈ ਕੇ ਜਾਣ ਵਾਲੇ ਸਹੁਰੇ ਕੁਝ ਆਂਦੇ ਸਨ, ਨਾ ਭੇਜ ਦੇਣ ਵਾਲੇ ਪੇਕੇ ਕੁਝ ਬੋਲਦੇ ਸਨ। ਇੱਕ ਦਿਹਾੜੇ ਤਾਰੋ ਕੱਲੀ ਕਾਰੀ ਸੀ। ਪੂਰੋ ਉਹਦੇ ਕੋਲ ਬਹਿ ਗਈ। ਅੱਗੇ ਵੀ ਕਈ ਵਾਰੀ ਨਿੱਕੀ ਨਿੱਕੀ ਪੁੱਛਤਾਛ ਕਰਦੀ ਹੁੰਦੀ ਸੀ, ਅੱਜ ਉਹਦੇ ਨਾਲ ਗੱਲੀਂ ਪੈ ਗਈ। ਤਾਰੋ, ਕੋਈ ਸਿਆਣਾ ਤੇ ਦੱਸਦਾ ਹੋਵੇਗਾ, ਤੈਨੂੰ ਕੀ ਔਰ ਏ? ਕੁਝ ਵੀ ਨਹੀਂ, ਕਿਸੇ ਤੇ ਬਾਂਹ ਵੇਖੀ ਹੋਵੇਗੀ। ਵਰਕਾਂ ਵਾਲੇ ਮੁਰੱਬੇ ਤੇ ਅਰਕਾਂ ਦੀਆਂ ਬੋਤਲਾਂ ਪੀ ਪੀ ਕੇ ਥੱਕ ਗਈਆਂ। ਤਾਰੋ, ਕੁਝ ਤੇ ਦੱਸ, ਕਿਉਂ ਆਪਣੀ ਜਾਨ ਨੂੰ ਰੋਗ ਲਾ ਲਿਆਈ? ਸਗੋਂ ਧਰਤੀ ਦਾ ਭਾਰ ਹੌਲਾ ਹੋ ਜਾਏਗਾ ਭੈਣ, ਕਿਉਂ ਚਿੰਤਾ ਕਰਨੀ ਹੈ? ਧਰਤੀ ਉੱਤੇ ਭਾਰ ਤੇ ਖੌਰੇ ਕਿੰਨਾ ਕੁ ਪਿਆ ਹੋਇਆ ਏ, ਤੇਰੇ ਨਾਲ ਕੀ ਹੌਲਾ ਹੋਣਾ ਏ? ਮਾਂ ਨੂੰ ਤੇ ਪੁੱਛ ਕੇ ਵੇਖ ਜਿਹਨੇ ਵਕਤਾਂ ਨਾਲ ਪਾਲਿਆ ਈ। ਪਾਲਿਆ ਹੋਵੇਗਾ, ਤਾਰੋ ਨੇ ਇੱਕ ਬੇਪਰਵਾਹੀ ਨਾਲ ਆਖਿਆ। ਆਪੇ 4 ਦਿਨ ਰੋ ਧੋ ਕੇ ਚੁੱਪ ਕਰ ਰਹੇਗੀ, ਹੁਣ ਕਿਹੜਾ ਉਹਦੀ ਜਾਨ ਸੁਖੀ ਏ? ਤਾਰੋ ਨੇ ਹੀ ਫੇਰ ਆਖਿਆ। ਪਰ ਏਡੀ ਗੱਲ ਕੀ ਹੋ ਗਈ ਏ? ਮਾਂ ਨੂੰ ਆਖ ਅਜੇ 4 ਦਿਨ ਹੋਰ ਨਾ ਟੋਰੇ। ਫੇਰ ਕੀ ਫਰਕ ਪੈ ਜਾਏਗਾ? ਜਿਹੀ ਇੱਥੇ ਆ ਤਹੀ ਉੱਥੇ ਆ। ਹਾਂ, ਧੀਆਂ ਨੂੰ ਕੋਈ ਕਿੰਨਾ ਕੁ ਚਿਰ ਰੱਖ ਸਕਦਾ ਹੈ? ਧੀਆਂ ਤੇ ਤਾਰੋ ਇੱਕ ਵਾਰ ਬੁੜਬੁੜਾ ਕੇ ਚੁੱਪ ਕਰ ਗਈ। ਤਾਰੋ ਦੇ ਅੰਦਰ ਪਤਾ ਨਹੀਂ ਕੀ ਵਲੇਟ ਪਿਆ ਸੀ। ਤਾਰੋ ਦਾ ਪਤਾ ਨਹੀਂ ਕੀ ਕਹਿਣ ਨੂੰ ਜੀ ਕੀਤਾ ਸੀ। ਫੇਰ ਖੌਰੇ ਤਾਰੋ ਤੋਂ ਕਹਿ ਨਾ ਹੋਇਆ। ਧੀਆਂ ਦਾ ਕੀ ਏ, ਮਾਪੇ ਜਿਹਦੇ ਹੱਥ ਮਰਜ਼ੀ ਏ ਉਹਦੇ ਗਲ ਦੀ ਰੱਸੀ ਫੜਾ ਦੇਣ। ਤਾਰੋ ਨੇ ਆਪੇ ਹੀ ਫੇਰ ਠਹਿਰ ਕੇ ਆਖਿਆ। ਉੱਥੋਂ ਦਾ ਪਾਣੀ ਚੰਗਾ ਏ? ਪੂਰੋ ਨੇ ਫੇਰ ਪੁੱਛਿਆ। ਨਾ ਵੀ ਚੰਗਾ ਹੋਵੇ ਤਾਂ ਵੀ ਚੰਗਾ ਏ, ਤਾਰੋ ਨੇ ਜਵਾਬ ਦਿੱਤਾ। ਖੌਰੇ ਪਾਣੀ ਨਾ ਮਾਫਕ ਆਇਆ ਹੋਵੇ, ਪੂਰੋ ਨੇ ਗੱਲ ਨੂੰ ਚਲਾਈ ਰੱਖਣ ਵਾਸਤੇ ਕਹਿ ਦਿੱਤਾ। ਧੀਆਂ ਨੂੰ ਹਮੇਸ਼ਾ ਪਾਣੀ ਮਾਫਕ ਆਉਂਦੇ ਨੇ, ਤਾਰੋ ਨੇ ਕੁਝ ਇਸ ਤਰ੍ਹਾਂ ਆਖਿਆ। ਪੂਰੋ ਉਸ ਦੇ ਮੂੰਹ ਵੱਲ ਤੱਕਣ ਲੱਗ ਪਈ। ਤਾਰੋ, ਮੈਂ ਤੇਰੀ ਆਪਣੀ ਆ, ਕੁਝ ਦੱਸਦੀ ਕਿਉਂ ਨਹੀਂ? ਪੂਰੋ ਨੇ ਇੰਜ ਆਪਣਾਤ ਨਾਲ ਕਿਹਾ। ਤਾਰੋ ਦਾ ਜੀ ਖੁੱਲ੍ਹ ਗਿਆ। ਭੈਣ ਮੇਰੀਏ, ਕੀ ਮੈਂ ਦੱਸਣਾ ਏ? ਧੀਆਂ ਨੂੰ ਕੁਝ ਦੱਸਣ ਜੋਗੀ ਜ਼ਬਾਨ ਹੀ ਰੱਬ ਨੇ ਕਦੋਂ ਦਿੱਤੀ ਏ? ਠੀਕ ਹੈ ਤਾਰੋ, ਮਾਪਿਆਂ ਕੋਲ ਮੇਰੇ ਜੋਗੀ ਥਾਂ ਨਹੀਂ ਸੀ। ਕਿਸੇ ਧੀ ਵਾਸਤੇ ਵੀ ਮਾਪਿਆਂ ਕੋਲ ਥਾਂ ਨਹੀਂ ਹੁੰਦੀ। ਮੇਰੇ ਮਰਦ ਕੋਲ ਮੇਰੇ ਜੋਗੀ ਥਾਂ ਕੋਈ ਨਹੀਂ, ਕਿਉਂਕਿ ਉਹਦਾ ਦਿਲ ਤੇ ਉਹਦਾ ਘਰ ਕਿਸੇ ਹੋਰ ਧੀਵੀ ਨਾਲ ਮੱਲਿਆ ਹੋਇਆ ਏ। ਹੈਂ ਤਾਰੋ, ਤੇਰੇ ਮਰਦ ਦਾ ਅੱਗੇ ਵੀ ਵਿਆਹ ਹੋਇਆ ਹੋਇਆ ਹੈ? ਤੇ ਫਿਰ ਤੇਰੇ ਮਾਪਿਆਂ ਨੇ ਤੈਨੂੰ ਕਿਉਂ ਉੱਥੇ ਦਿੱਤਾ? ਉਹਨਾਂ ਨੂੰ ਪਹਿਲੋਂ ਖਬਰ ਨਹੀਂ ਸੀ, ਨਾਲੇ ਉਹਦਾ ਪਹਿਲੋਂ ਵਿਆਹ ਨਹੀਂ ਹੋਇਆ। ਉਹਨੇ ਸਿਰਫ ਇੱਕ ਤੀਵੀਂ ਨੂੰ ਘਰ ਰੱਖਿਆ ਹੋਇਆ ਏ। ਪਰ ਉਹਦੇ ਮਾਪਿਆਂ ਨੂੰ ਤੇ ਖਬਰ ਹੋਵੇਗੀ। ਸਾਰੇ ਜਾਣਦੇ ਬੁੱਝਦੇ ਸਨ, ਸਿਰਫ ਉਹ ਤੀਵੀਂ ਉਹਨਾਂ ਦੀ ਜ਼ਾਤ ਦੀ ਨਹੀਂ, ਕਮੀਨ ਜ਼ਾਤ ਦੀ ਏ। ਉਹਦੇ ਮਾਪੇ ਆਂਦੇ ਸਨ ਆਪਣੀ ਜ਼ਾਤ ਦੀ ਨੂੰਹ ਘਰ ਵਿੱਚ ਆਉਣੀ ਚਾਹੀਦੀ ਹੈ। ਪਰ ਉਹਨਾਂ ਨਾ ਸੋਚਿਆ ਪਰਾਈ ਧੀ ਦਾ ਕੀ ਹਾਲ ਹੋਵੇਗਾ। ਦੂਜੇ ਦੇ ਦੁੱਖ ਨੂੰ ਕੌਣ ਜਾਣਦਾ ਏ ਭੈਣੇ? ਨਾਲੇ ਉਹ ਆਂਦੇ ਨੇ ਅਸੀਂ ਰੋਟੀ ਦਿੰਦੇ ਆ, ਕੱਪੜਾ ਦਿੰਦੇ ਆ, ਸੌਖਾ ਹੱਥ ਏ, ਫੇਰ ਦੁੱਖ ਕਾਹਦਾ? ਜਿਵੇਂ ਤੀਵੀਂ ਨੂੰ ਸਿਰਫ ਰੋਟੀ ਤੇ ਕੱਪੜਾ ਹੀ ਚਾਹੀਦਾ ਹੈ, ਪੂਰੋ ਨੇ ਕਿਹਾ। ਮੇਰੇ ਅੰਦਰੋਂ ਲਾਂਬੇ ਬਲ-ਬਲ ਉੱਠਦੇ ਨੇ, ਤੂੰ ਵੇਖਦੀ ਨਹੀਂ, ਸਾਰੇ ਵੇਖਦੇ ਨੇ। ਪੂਰੇ 2 ਵਰ੍ਹੇ ਹੋ ਗਏ ਨੇ ਮੈਂ ਰੋਟੀ ਤੇ ਕੱਪੜੇ ਵਾਸਤੇ ਉਹਦੇ ਕੋਲ ਆਪਣਾ ਜਿਸਮ ਵੇਚਨੀ ਆ। ਦੇਖ ਮੈਂ ਵੇਸ਼ਵਾ ਹਾਂ, ਦੇਖ ਮੈਂ ਵੇਸ਼ਵਾ ਹਾਂ। ਕਹਿੰਦੀ ਕਹਿੰਦੀ ਤਾਰੋ ਢਹਿ ਪਈ। ਤਾਰੋ ਦੀਆਂ ਮੁੱਠਾਂ ਮੀਟੀਆਂ ਗਈਆਂ। ਤਾਰੋ ਦੇ ਆਨੇ ਉਤਾਂਹ ਨੂੰ ਚੜ੍ਹ ਗਏ। ਤਾਰੋ ਦਾ ਪਿੰਡਾ ਕਾਠ ਤੇ ਫੱਟੇ ਵਾਂਗਰ ਹੋ ਗਿਆ। ਪੂਰੋ ਡਰ ਗਈ। ਤਾਰੋ ਦੇ ਘਰ ਵਿੱਚ ਹੋਰ ਕੋਈ ਨਹੀਂ ਸੀ। ਪੂਰੋ ਨੂੰ ਪਤਾ ਨਹੀਂ ਸੀ ਕੀ ਕਰਨਾ ਹੈ। ਪੂਰੋ ਡਰਦੀ ਤੇ ਘਬਰਾਉਂਦੀ ਪਈ ਸੀ। ਤਾਰੋ ਦੀਆਂ ਲੱਤਾਂ ਘੁੱਟਣ ਲੱਗ ਪਈ। ਤਾਰੋ ਦੇ ਮੋਢੇ ਨੱਪਣ ਲੱਗ ਪਈ। ਤਾਰੋ ਦੀਆਂ ਤਲੀਆਂ ਝੱਸਣ ਲੱਗ ਪਈ। ਤਾਰੋ ਦੇ ਹੋਸ਼ ਪਰਤ ਆਏ। ਤੂੰ ਮੈਨੂੰ ਨਾ ਹੱਥ ਲਾ, ਮੈਂ ਵੇਸ਼ਵਾ ਹਾਂ, ਤੂੰ ਦੇਖਦੀ ਨਹੀਂ, ਤੂੰ ਦੇਖਦੀ ਨਹੀਂ। ਤਾਰੋ ਅਜਿਹੀਆਂ ਗੱਲਾਂ ਪਈ ਕਰਦੀ ਸੀ। ਪੂਰੋ ਸੋਚ ਰਹੀ ਸੀ ਅਜੇ ਇਸ ਨੂੰ ਹੋਸ਼ ਨਹੀਂ ਆਇਆ। ਇੱਚਰ ਤਾਰੋ ਦੀ ਮਾਂ ਆ ਗਈ। ਹਾਏ ਨੀ ਕੀ ਕਰਾਂ ਮੈਂ, ਇੱਕ ਤੇ ਕਰਮਾਂ ਨੇ ਮਾਰਿਆ ਸੀ, ਦੂਜਾ ਇਹਦੀਆਂ ਗੱਲਾਂ ਨੇ ਮਾਰ ਛੱਡਿਆ ਏ। ਤਾਰੋ ਦੀ ਮਾਂ ਨਿਢਾਲ ਜਿਹੀ ਹੋ ਕੇ ਬਹਿ ਗਈ। ਪੂਰੋ ਚੁੱਪ ਦੀ ਚੁੱਪ ਰਹਿ ਗਈ।
ਇਹਨੇ ਤੇ ਇਹਦੇ ਭਰਾ ਨੇ ਸਾਡੀ ਜਾਨ ਤੁੰਬ ਛੱਡੀ ਏ। ਲਾਹੌਰ ਕਾਹਦਾ ਕਾਲਜ ਵਿੱਚ ਪੜ੍ਹਨ ਗਿਆ ਏ, ਭੈਣ ਨੂੰ ਵੀ ਪੜ੍ਹਾ ਕੇ ਵਿਗਾੜ ਛੱਡਿਆ ਸੂ। ਵੇਖ ਕਿਹੋ ਜਿਹੀਆਂ ਔਂਤਰੀਆਂ ਗੱਲਾਂ ਕਰਦੀ ਏ। ਤਾਰੋ ਦੀ ਮਾਂ ਨੇ ਫੇਰ ਦੁੱਖ ਕੇ ਆਖਿਆ। ਅੰਮਾ, ਕਹਿਰ ਵੀ ਤੇ ਵਿਚਾਰੀ ਨਾਲ ਡਾਢਾ ਹੋਇਆ ਏ। ਪੂਰੋ ਕਹਿਣ ਲੱਗੀ, ਧੀਏ, ਅਸਾਂ ਧੀ ਜੋ ਦਿੱਤੀ, ਸਾਡਾ ਮੂੰਹ ਨੂੜਿਆ ਗਿਆ। ਅਸੀਂ ਹੁਣ ਕੀ ਬੋਲ ਸਕਨੇ ਆ? ਉਹ ਚੰਗੀ ਕਰੇ ਮਾੜੀ ਕਰੇ, ਮਰਦ ਦੀ ਜ਼ਾਤ ਏ। ਤਾਰੋ ਦੀ ਮਾਂ ਨੇ ਫੇਰ ਆਖਿਆ, ਮੇਰਾ ਤੇ ਮੂੰਹ ਵੀ ਨੂੜਿਆ ਗਿਆ, ਪੈਰ ਵੀ ਨੂੜੇ ਗਏ, ਉਹਦਾ ਕੀ ਗਿਆ? ਉਹਨੂੰ ਤੇ ਕਿਸੇ ਰੱਬ ਨੇ ਨਾ ਨੂੜਿਆ, ਉਹਦੇ ਜੋਗਾ ਤੇ ਕੋਈ ਰੱਬ ਨਾ ਜੰਮਿਆ। ਰੱਬ ਨੇ ਸਾਰੀਆਂ ਰੱਸੀਆਂ ਮੇਰੇ ਪੈਰਾਂ ਵਿੱਚ ਹੀ ਪਾ ਦਿੱਤੀਆਂ। ਤਾਰੋ ਦੀਆਂ ਮੁੱਠਾਂ ਫੇਰ ਮੀਟੀਆਂ ਗਈਆਂ ਤੇ ਉਸਦੇ ਪੈਰ ਫੇਰ ਆਕੜ ਗਏ। ਮਾਂ ਨੇ ਪਾਣੀ ਦੇ ਕਈ ਛੱਟੇ ਉਸਦੇ ਮੂੰਹ ਤੇ ਮਾਰੇ, ਕਈ ਚੁਲੀਆਂ ਉਸਦੇ ਮੂੰਹ ਵਿੱਚ ਪਾਈਆਂ। ਪੂਰੋ ਅੱਜ ਠਠੰਬਰੀ ਹੋਈ ਸੀ। ਉਸਨੇ ਪਹਿਲੀ ਵਾਰ ਸੁਣਿਆ ਸੀ ਕੁੜੀਆਂ ਇਸ ਤਰ੍ਹਾਂ ਵੀ ਸੋਚ ਸਕਦੀਆਂ ਨੇ, ਕੁੜੀਆਂ ਇਸ ਤਰ੍ਹਾਂ ਵੀ ਬੋਲ ਸਕਦੀਆਂ ਨੇ। ਨਹੀਂ ਤਾਂ ਉਸ ਨੂੰ ਕਈ ਗੁਬਾਰ ਉੱਠਦੇ ਹੁੰਦੇ ਸਨ, ਪਰ ਉਸਨੂੰ ਕੂਣਾ ਨਹੀਂ ਸੀ ਆਉਂਦਾ। ਇਹ ਧੋਖਾ ਏ, ਨਿਰਾ ਧੋਖਾ ਏ। ਮੇਰਾ ਕੋਈ ਵਿਆਹ ਨਹੀਂ ਹੋਇਆ। ਤੁਸੀਂ ਸਾਰੇ ਝੂਠ ਬੋਲਦੇ ਹੋ। ਤੁਸੀਂ ਮੈਨੂੰ ਫੜਦੇ ਕਿਉਂ? ਪਰਾਂ ਹਟੋ। ਤੇ ਬੇਸੁਰਤ ਤਾਰੋ ਨੇ ਆਪਣੇ ਪੈਰਾਂ ਨੂੰ ਪਟਕ ਕੇ ਧਰਤੀ ਤੇ ਮਾਰਿਆ। ਤਾਰੋ, ਹੋਸ਼ ਕਰ, ਕਿਹੀਆਂ ਗੱਲਾਂ ਮੂੰਹੋਂ ਕੱਢਣੀ ਏ। ਕੋਈ ਸੁਣੇਗਾ ਤੇ ਕੀ ਆਖੇਗਾ? ਉਹ ਖੌਂ ਦੇ ਤੇਰਾ, ਬੰਦ ਕਰ ਜ਼ਰਾ ਮੂੰਹ ਨੂੰ, ਐਵੇਂ ਨਾ ਬੋਲੀ ਜਾ। ਤਾਰੋ ਦੀ ਮਾਂ ਇਸ ਤਰ੍ਹਾਂ ਕਹਿੰਦੀ ਪਈ ਸੀ ਜਿਵੇਂ ਅਣਜਾਣੀ ਜਿਹੀ ਤਾਰੋ ਨੂੰ ਝਿੜਕਾਂ ਪਈ ਦਿੰਦੀ ਸੀ। ਉਂਝ ਉਹਦੀਆਂ ਆਪਣੀਆਂ ਦੋਵੇਂ ਅੱਖਾਂ ਭਰੀਆਂ ਹੋਈਆਂ ਸਨ। ਤਾਰੋ ਦੀ ਸੁਰਤ ਕਦੇ ਫਿਰ ਪੈਂਦੀ ਸੀ ਤੇ ਕਦੇ ਫੇਰ ਤਾਰੋ ਬੌਰੀ ਜਿਹੀ ਹੋ ਜਾਂਦੀ ਸੀ। ਉੱਥੇ ਜਾ ਕੇ ਨਾ ਇਹੋ ਜਿਹੇ ਝੱਲ ਖਲੇਰੀ, ਜੀ ਨੂੰ ਥਾਵੇਂ ਪਾ। ਉਹ ਜਾਣੇ ਭਾਵੇਂ ਨਾ ਜਾਣੇ, ਰੱਬ ਤੇ ਗਵਾਹ ਏ ਨਾ, ਤੈਨੂੰ ਉਹਨੇ ਵਿਆਹ ਕੇ ਖੜਿਆ ਏ। ਤਾਰੋ ਦੀ ਮਾਂ ਪਈ ਆਂਦੀ ਸੀ, ਮਾਂ ਨੀ, ਜੇ ਰੱਬ ਨੇ ਮੇਰੇ ਵਿਆਹ ਦੀ ਗਵਾਹੀ ਦਿੱਤੀ ਏ ਤੇ ਝੂਠੀ ਗਵਾਹੀ ਦਿੱਤੀ ਹੋਣੀ ਏ। ਮਾਂ ਨੀ, ਮੇਰਾ ਵਿਆਹ ਕੋਈ ਨਾ। ਤਾਰੋ ਬੋਰਿਆਂ ਵਾਂਕਰ ਛੱਤ ਦੀਆਂ ਲੰਮੀਆਂ ਕੜੀਆਂ ਨੂੰ ਵੇਖਣ ਲੱਗ ਪਈ। ਪੂਰੋ ਤਾਰੋ ਦੇ ਮੂੰਹ ਨੂੰ ਤੱਕਦੀ ਪਈ ਸੀ, ਜਿਹੜੀ ਤਾਰੋ ਸਭੋ ਕੁਝ ਸੋਚਦੀ ਹੋਈ ਵੀ ਤੇ ਸਭੋ ਕੁਝ ਬੋਲਦੀ ਹੋਈ ਵੀ ਵਿਆਹ ਦੇ ਇਸ ਏਡੇ ਵੱਡੇ ਝੂਠ ਨਾਲੋਂ ਛੁੱਟ ਨਹੀਂ ਸੀ ਸਕਦੀ। ਪਰ ਉਹਦੀ ਉਮਰ ਦੇ ਦਿਨ ਬੜੀ ਕਾਲੀ ਕਾਲੀ ਜੀਵਨ ਦੇ ਸਾਰੇ ਸੱਚਾਂ ਝੂਠਾਂ ਨਾਲੋਂ ਤਿਨਕੇ ਪਏ ਤੋੜਦੇ ਸਨ। ਉੱਤੋਂ ਤਰਕਾਲਾਂ ਪੈ ਗਈਆਂ ਸਨ। ਪੂਰੋ ਭਰੇ ਹੋਏ ਦਿਲ ਨਾਲ ਉੱਠ ਬੈਠੀ। ਉਸਦਾ ਮਨ ਜਿਵੇਂ ਭਰੀ ਭਰਾਈ ਦੁਨੀਆ ਤੋਂ ਇੱਕੋ ਵਾਰਗੀ ਹੀ ਉਚਾਟ ਹੋ ਗਿਆ। ਪਿਛਲੇ ਕਿੰਨੇ ਦਿਨਾਂ ਤੋਂ ਉਹ ਆਪਣੇ ਘਰ ਕੋਠੇ ਦੀਆਂ ਕੰਧਾਂ ਨਾਲ ਪਰਚ ਪਈ ਸੀ। ਉਹਦੇ ਉੱਡਦੇ ਉੱਡਦੇ ਮਨ ਨੂੰ ਰਸ਼ੀਦੇ ਦੇ ਨਿੱਕੇ ਨਿੱਕੇ ਚੋਲਾਂ ਨੇ, ਘਰ ਦੇ ਨਿੱਕੇ ਮੋਟੇ ਆਹਰ ਪਾਹਰ ਨੇ ਤੇ ਸਭਨਾਂ ਤੋਂ ਵੱਧ ਜਵੇਦ ਦੇ ਤੋਤਲੇਪਨ ਨੇ ਜਿਵੇਂ ਪਤਲੇ ਧਾਗੇ ਵਲੇਟ ਲਏ ਸਨ ਤੇ ਉਸਦਾ ਮਨ ਕੁਝ ਟਿਕਿਆ ਟਿਕਿਆ ਹੋ ਗਿਆ ਸੀ। ਅੱਜ ਤਾਰੋ ਦੀਆਂ ਬੌਰੀਆਂ ਗੱਲਾਂ ਨੇ ਜਿਵੇਂ ਪੂਰੋ ਦੇ ਮਨ ਦੁਆਲਿਓਂ ਕਈ ਤੰਦਾਂ ਤਾਰਾਂ ਕੁੜਕਾ ਛੱਡੀਆਂ ਹੋਣ। ਉਸਦਾ ਮਨ ਚੈਨ ਵਿੱਚ ਨਹੀਂ ਸੀ। ਰਾਤ ਨੂੰ ਰੋਟੀ ਟੁੱਕਰ ਕਰਨ ਲੱਗਿਆ ਉਸਨੂੰ ਜਿਵੇਂ ਲੂਣ ਵਸਾਰ ਦਾ ਵੀ ਥਹੁ ਭੁੱਲ ਗਿਆ ਸੀ। ਉਸਦੀ ਦਾਲ ਇੱਕ ਭਿੱਕ ਜਿਹਾ ਬਣ ਕੇ ਰਹਿ ਗਈ। ਉਸਦੀਆਂ ਰੋਟੀਆਂ ਚਿੱਬੀਆਂ ਹੋ ਕੇ ਕੰਢਿਆਂ ਤੋਂ ਸੜ ਗਈਆਂ। ਅਗਲੇ ਦਿਨਾਂ ਦੀ ਅਣਗਹਿਲੀ ਕਿਸੇ ਤਰ੍ਹਾਂ ਵੀ ਪਹਿਲੇ ਦਿਨ ਨਾਲੋਂ ਨਾ ਘਟੀ। ਫਿਰ ਪਤਾ ਨਹੀਂ ਪੂਰੋ ਨੂੰ ਕੀ ਸੁੱਝਿਆ, ਉਸਨੇ ਆਪਣੀ ਰੋਟੀ 8 ਪੈਰੀ ਕਰ ਦਿੱਤੀ। ਰਾਤਾਂ ਅਜੇ ਪੌਣੀਆਂ ਵੀ ਨਾ ਹੁੰਦੀਆਂ ਉਹ ਜਾਗ ਪੈਂਦੀ, ਧਿਆਨ ਲਾਂਦੀ ਤੇ ਘੰਟਿਆਂ ਭਰ ਅੱਖੀਆਂ ਤੇ ਕੰਨਾਂ ਨੂੰ ਨੂੜ ਕੇ ਜਿਵੇਂ ਦੁਨੀਆ ਤੋਂ ਚਿੱਤ ਚੁੱਕ ਲੈਂਦੀ। ਉਸਦਾ ਸੌਣਾ ਘਟ ਗਿਆ, ਉਸਦਾ ਖਾਣਾ ਘਟ ਗਿਆ। ਹੌਲੀ ਹੌਲੀ ਉਸਨੇ ਸੁੱਕੇ ਛਾਣ ਵਿੱਚ ਲੂਣ ਪਾ ਕੇ ਆਪਣੀ ਇੱਕ ਰੋਟੀ ਪਕਾਣੀ ਸ਼ੁਰੂ ਕਰ ਦਿੱਤੀ, ਜਿਹਨੂੰ ਥਿੰਦੇ ਦਾ ਹੱਥ ਨਾ ਲੱਗਦਾ, ਜਿਹਦੇ ਨਾਲ ਦੁੱਧ ਦਹੀਂ ਵੀ ਨਾ ਛੁਆਇਆ ਜਾਂਦਾ। ਉਹ ਉਸੇ ਰੋਟੀ ਦੇ ਆਸਰੇ ਦਿਹਾੜ ਕੱਟ ਲੈਂਦੀ। ਗਿਣਤੀ ਦੇ ਦਿਨਾਂ ਵਿੱਚ ਉਸਦੀਆਂ ਅੱਖਾਂ ਦੁਆਲੇ ਨੀਲੇ ਨੀਲੇ ਜਿਹੇ ਚੱਕਰ ਉੱਗੜ ਆਏ ਤੇ ਉਸਦਾ ਸਾਰਾ ਪਿੰਡਾ ਡਾਢੀ ਤਰ੍ਹਾਂ ਝੌਂ ਗਿਆ। ਪਿਛਲੇ ਕੁਝ ਦਿਨ ਰਸ਼ੀਦਾ ਗੱਲੇ ਕੱਥੇ ਪੂਰੋ ਦਾ ਜੀਵ ਲਾਉਂਦਾ ਰਿਹਾ ਸੀ। ਰੋਜ਼ਿਆਂ ਤੇ ਵਰਤਾਂ ਨੇਮਾਂ ਉੱਤੇ ਕਈ ਹਾਸੇ ਠੱਠੇ ਕਰਦਾ ਪੂਰੋ ਦਾ ਮਨ ਉਲਟਾਉਣ ਦੀ ਕੋਸ਼ਿਸ਼ ਕਰਦਾ ਰਿਹਾ ਸੀ। ਪਿਆਰ ਵੀ ਅੱਗੇ ਨਾਲੋਂ ਉਚੇਚਾ ਕਰਨ ਲੱਗ ਪਿਆ ਸੀ, ਪਰ ਰਸ਼ੀਦੇ ਦੇ ਸਾਰੇ ਯਤਨ ਜਿਵੇਂ ਪੂਰੋ ਦੇ ਥਿੰਦੇ ਦਿਲ ਦਿਮਾਗ ਤੋਂ ਤਿਲਕ ਗਏ। ਪੂਰੋ ਦੀਆਂ ਰੁਚੀਆਂ ਵਿੱਚ ਕੋਈ ਅੰਤਰ ਨਾ ਪਿਆ। ਰਸ਼ੀਦੇ ਦਾ ਮਨ ਜਿਵੇਂ ਰੋਜ਼ ਉਚੇਚਾ ਬਲ ਕੇ ਹੁਣ ਬੁਝਣ ਤੇ ਆ ਗਿਆ ਸੀ। ਪੂਰੋ ਦਾ ਦਿਨੋਂ ਦਿਨ ਲਹਿੰਦਾ ਮੂੰਹ ਰਸ਼ੀਦੇ ਕੋਲੋਂ ਤੱਕਿਆ ਨਹੀਂ ਸੀ ਜਾਂਦਾ। ਰਸ਼ੀਦੇ ਦੇ ਵਿਹੜੇ ਵਿੱਚ ਜਿਵੇਂ ਵੀਰਾਨੀ ਨੇ ਆ ਕੇ ਆਪਣੇ ਪੈਰ ਰੱਖ ਦਿੱਤੇ ਸਨ। ਰਸ਼ੀਦੇ ਦੇ ਮੂੰਹ ਉੱਤੇ ਵੀ ਇੱਕ ਚੁੱਪ ਜਿਹੀ ਜੰਮ ਗਈ। ਦੋਵੇਂ ਜੀ ਘਰ ਦੀਆਂ, ਸਮਾਜ ਦੀਆਂ, ਜਿਸਮ ਦੀਆਂ ਕੰਧਾਂ ਵਿੱਚ ਵਲੇਟੇ ਹੋਏ ਸਨ, ਪਰ ਦੋਹਾਂ ਦੇ ਦਰਮਿਆਨ ਜਿਵੇਂ ਇੱਕ ਪਾੜ ਪੈ ਗਿਆ ਸੀ। ਪੂਰੋ ਹੋਰਾਂ ਦੇ ਘਰ ਲਵੇਰਾ ਸੀ। ਉਹ ਨੇਮ ਨਾਲ ਦੁੱਧ ਜਮਾਂਦੀ, ਦਹੀਂ ਰਿੜਕਦੀ। ਰਸ਼ੀਦੇ ਦੇ ਖੇਤਾਂ ਦੇ ਕਾਮੇ ਜਦੋਂ ਦਾਣਾ ਪੱਠਾ ਲੈ ਕੇ ਆਉਂਦੇ, ਉਹ ਉਹਨਾਂ ਨੂੰ, ਉਹਨਾਂ ਦੇ ਬਾਲਾਂ ਨੂੰ ਲੱਸੀਆਂ ਦੇ ਛੰਨੇ ਭਰ ਦਿੰਦੀ, ਮੱਖਣਾਂ ਦੇ ਪੇੜੇ ਪਾ ਦਿੰਦੀ। ਪੂਰੋ ਦੀ ਦੰਦੀ ਕੁਝ ਨਾ ਲੱਗਦਾ। ਰਸ਼ੀਦੇ ਦਾ ਮਨ ਵੀ ਜਿਵੇਂ ਖਾਣ ਪਾਣ ਤੋਂ ਲੈ ਗਿਆ ਸੀ। ਘਰ ਦੇ ਚੁੱਲ੍ਹੇ ਵਿੱਚ ਨਿੱਘੀ ਅੱਗ ਭਖਦੀ, ਪਰ ਘਰ ਦੀ ਬੋਲ ਚਾਲ ਉੱਤੇ ਤੇ ਜੀਵਨ ਦੀ ਸਾਰੀ ਹਰਿਆਲੀ ਉੱਤੇ ਇੱਕ ਕੋਹਰਾ ਜੰਮ ਗਿਆ। ਜਾਵੇਦ ਦੇ ਅਣਜਾਣੇ ਮੂੰਹ ਉੱਤੇ ਜਿਵੇਂ ਮਾਂ ਪਿਓ ਦੇ ਉਦਾਸ ਮੂੰਹਾਂ ਦੇ ਪਰਛਾਵੇਂ ਲਟਕ ਪਏ ਸਨ। ਜਾਵੇਦ ਵਾਸਤੇ ਕੋਈ ਉਚੇਚਾ ਚਾਂਭ ਲਿਆ ਹੋਇਆ ਨਹੀਂ ਸੀ।
ਭਾਵੇਂ ਪੂਰੋ ਸਾਰੇ ਨੇਮ ਨਿਭਾਉਂਦੀ ਸੀ ਤੇ ਭਾਵੇਂ ਰਸ਼ੀਦਾ ਜਵੇਦ ਨੂੰ ਦਿਲੋਂ ਬਹੁਤ ਪਿਆਰ ਕਰਦਾ ਸੀ। ਇੱਕ ਰਾਤ ਸੁੱਤਿਆਂ ਰਸ਼ੀਦੇ ਦਾ ਪਿੰਡਾ ਭਖ ਗਿਆ। ਸਵੇਰ ਨੂੰ ਜਦੋਂ ਪੂਰੋ ਨੇ ਰਸ਼ੀਦੇ ਦੇ ਮੱਥੇ ਉੱਤੇ ਹੱਥ ਲਾ ਕੇ ਤੱਕਿਆ ਤਾਂ ਰਸ਼ੀਦੇ ਨੂੰ ਡਾਢਾ ਬੁਖਾਰ ਚੜਿਆ ਹੋਇਆ ਸੀ। ਪਿੰਡ ਦੇ ਹਕੀਮ ਨੇ ਆਪਣਾ ਦਵਾ ਪਾਣੀ ਦਿੱਤਾ। ਰਸ਼ੀਦੇ ਦੇ ਤਾਪ ਨੂੰ ਤੀਆ ਦਿਹਾੜਾ ਹੋ ਗਿਆ ਸੀ ਜਦੋਂ ਹਕੀਮ ਨੇ ਸ਼ੁਭਾ ਪਾਇਆ ਕਿ ਰਸ਼ੀਦੇ ਨੂੰ ਸ਼ਾਇਦ ਮਿਆਦੀ ਤਾਪ ਚੜਿਆ ਹੋਇਆ ਸੀ। ਪੂਰੋ ਦੇ ਸਾਰੇ ਧਿਆਨ ਤੇ ਵੈਰਾਗ ਨੂੰ ਰਸ਼ੀਦੇ ਦੀ ਬਿਮਾਰੀ ਨੇ ਖਿੱਚ ਲਿਆ ਸੀ। ਉਹ ਦਵਾ ਦਾਰੂ ਦਿੰਦੀ, ਉਹ ਘੁੱਟਦੀ ਨੱਪਦੀ, ਉਹ ਚੁੱਲ੍ਹੇ ਚੌਂਕੇ ਨੂੰ ਵੇਂਦੀ। ਜਵੇਦ ਦਾ ਮੂੰਹ ਹਿਰਾਸਿਆ ਹੋਇਆ ਸੀ। ਦੁਪਹਿਰਾਂ ਚੜ੍ਹ ਜਾਂਦੀਆਂ, ਜਵੇਦ ਦੇ ਮੂੰਹ ਉੱਤੇ ਉਗਰਾਲਾਂ ਜੰਮ ਜਾਂਦੀਆਂ। ਪੂਰੋ ਨੂੰ ਉਹਦੀ ਸੁਰਤ ਲੈਣ ਦੀ ਵੇਲ ਨਾ ਮਿਲਦੀ। ਹੋਰ ਰਾਤਾਂ ਲੰਘ ਗਈਆਂ, ਹੋਰ ਦਿਹਾੜੇ ਪੈ ਗਏ, ਰਸ਼ੀਦੇ ਦਾ ਤਾਪ ਨਾ ਟੁੱਟਾ। ਪੂਰੋ, ਮੇਰਾ ਗੁਨਾਹ ਬਖਸ਼ ਦੇ। ਪੂਰੋ, ਪੂਰੋ ਮੇਰੀ ਤਕਸੀਰ ਮਾਫ ਕਰ। ਪੂਰੋ, ਪੂਰੋ। ਰਸ਼ੀਦਾ ਤਾਪ ਦੀ ਘੂਕੀ ਵਿੱਚ ਆਂਦਾ ਪਿਆ ਸੀ। ਰਾਤ ਦਾ ਤੀਸਰਾ ਪਹਿਰ ਸੀ। ਪੂਰੋ ਘਬਰਾ ਗਈ। ਦਿਨਾਂ ਦੀ ਖੇਚਲ ਨੇ ਤੇ ਰਾਤਾਂ ਦੇ ਉਨੀਂਦਰੇ ਨੇ ਪੂਰੋ ਨੂੰ ਅੱਗੇ ਹੀ ਤੋੜਿਆ ਹੋਇਆ ਸੀ। ਕਾਬਰੀ ਕਾਬਰੀ ਪੂਰੋ ਉੱਠ ਕੇ ਰਸ਼ੀਦੇ ਦੀ ਮੰਜੀ ਕੋਲ ਬਹਿ ਗਈ। ਰਸ਼ੀਦੇ ਦੇ ਮੱਥੇ ਉੱਤੇ ਹੱਥ ਫੇਰਦੀ ਰਹੀ, ਰਸ਼ੀਦੇ ਦੇ ਪੈਰ ਘੁੱਟਦੀ ਰਹੀ, ਪਰ ਰਸ਼ੀਦੇ ਨੂੰ ਸੁਰਤ ਨਹੀਂ ਸੀ। ਅੱਛਾ ਪੂਰੋ, ਮੈਂ ਚੱਲਣਾ ਵਾਂ। ਪੂਰੋ, ਮੇਰੀ ਰੂਹ। ਰਸ਼ੀਦਾ ਕਈ ਟੁੱਟੇ ਹੋਏ ਬੋਲ ਬੋਲਦਾ ਰਿਹਾ। ਪੂਰੋ ਦਾ ਜੀ ਉੱਕਾ ਹੀ ਡੋਲਣ ਲੱਗ ਪਿਆ। ਬਸ ਕਰ ਰਸ਼ੀਦਿਆ, ਮੇਰੇ ਜ਼ਖਮ ਉੱਤੇ ਲੂਣ ਨਾ ਲਾ, ਪੂਰੋ ਨੇ ਵਿਲਕ ਕੇ ਆਖਿਆ। ਪਰ ਰਸ਼ੀਦੇ ਨੂੰ ਕੋਈ ਸੁਰਤ ਨਹੀਂ ਸੀ ਤੇ ਰਸ਼ੀਦਾ ਉਸੇ ਤਰ੍ਹਾਂ ਕਈ ਬੋਲ ਪਿਆ ਬੋਲਦਾ ਸੀ। ਕਿਸੇ ਗੱਲ ਦੀ ਪੂਰੋ ਨੂੰ ਸਮਝ ਲੱਗਦੀ ਤੇ ਕਈ ਗੱਲਾਂ ਰਸ਼ੀਦੇ ਦੇ ਗਲੇ ਵਿੱਚੋਂ ਉੱਠ ਕੇ ਰਸ਼ੀਦੇ ਦੇ ਬੁੱਲ੍ਹਾਂ ਵਿੱਚ ਹੀ ਮੁੱਕ ਜਾਂਦੀਆਂ। ਰਾਤ ਦਾ ਹਨੇਰਾ ਕਹਿਰਾਂ ਦਾ ਕਾਲਾ ਸੀ। ਪੂਰੋ ਘਰ ਵਿੱਚ ਕੱਲੀ ਕਾਰੀ ਸੀ, ਪਰ ਪੂਰੋ ਨੂੰ ਇੰਜੇ ਪਿਆ ਲੱਗਦਾ ਸੀ ਕਿ ਉਹ ਸਾਰੀ ਦੁਨੀਆ ਵਿੱਚ ਕੱਲੀ ਕਾਰੀ ਹੈ। ਰਸ਼ੀਦੇ ਦੇ ਬਗੈਰ ਕਿਸੇ ਨੇ ਪੂਰੋ ਦੇ ਜ਼ਖਮਾਂ ਉੱਤੇ ਇੱਕ ਫਾਇਆ ਵੀ ਨਹੀਂ ਸੀ ਰੱਖਣਾ। ਘੜੇ ਦੇ ਠੰਡੇ ਪਾਣੀ ਵਿੱਚ ਟਾਕੀਆਂ ਭਿਉਂ ਭਿਉਂ ਕੇ ਪੂਰੋ ਨੇ ਰਸ਼ੀਦੇ ਦੇ ਮੱਥੇ ਉੱਤੇ ਧਰੀਆਂ। ਮੱਥਾ ਚੁੱਲ੍ਹੇ ਦੀ ਇੱਟ ਵਰਗਾ ਤੱਤਾ ਸੀ। ਟਾਕੀਆਂ ਪਾਣੀ ਵਿੱਚ ਭਿੱਜਦੀਆਂ ਰਹੀਆਂ। ਕਟੋਰੇ ਵਿੱਚ ਪਾਇਆ ਹੋਇਆ ਪਾਣੀ ਮਿੰਟਾਂ ਵਿੱਚ ਇੱਕ ਕਾੜਾ ਜਿਹਾ ਬਣ ਕੇ ਰਹਿ ਗਿਆ। ਪੂਰੋ ਨੇ ਹੋਰ ਪਾਣੀ ਬਦਲਿਆ ਤੇ ਉਸ ਦੀਆਂ ਅੱਖਾਂ ਵਿੱਚੋਂ ਕਈ ਬੂੰਦਾਂ ਢਹਿ ਢਹਿ ਕੇ ਰਸ਼ੀਦੇ ਦੇ ਮੱਥੇ ਉੱਤੇ ਪੈਂਦੀਆਂ ਰਹੀਆਂ। ਸਵੇਰ ਦੀ ਪਹੁ ਜਦੋਂ ਫੁੱਟੀ, ਉਸ ਵੇਲੇ ਤੱਕ ਪਤਾ ਨਹੀਂ ਪਾਣੀ ਦੇ ਠਾਰ ਨਾਲ ਕਿ ਅਥਰੂਆਂ ਦੇ ਨਿੱਘ ਨਾਲ ਰਸ਼ੀਦੇ ਦਾ ਤਾਪ ਢਲ ਗਿਆ। ਰਸ਼ੀਦੇ ਦਾ ਪਿੰਡਾ ਘੁਲਿਆ ਹੋਇਆ ਸੀ। ਰਸ਼ੀਦੇ ਦੀ ਬੇਸੁਰਤੀ ਨੀਂਦਰ ਦੇ ਆਰਾਮ ਵਿੱਚ ਬਦਲ ਗਈ। ਰਸ਼ੀਦੇ ਦੀ ਅੱਖ ਜਦੋਂ ਖੁੱਲ੍ਹੀ, ਉਹਨੂੰ ਆਪਣਾ ਪਿੰਡਾ ਹੌਲਾ ਹੌਲਾ ਜਾਪਦਾ ਪਿਆ ਸੀ। ਉਹਦੇ ਮੱਥੇ ਵਿੱਚ ਅੱਜ ਪੀੜ ਦੀਆਂ ਚੀਸਾਂ ਕੋਈ ਨਹੀਂ ਸਨ। ਰਸ਼ੀਦੇ ਨੇ ਸੌਖਾ ਜਿਹਾ ਸਾਹ ਲੈ ਕੇ ਖੱਬੇ ਵੱਲ ਪਾਸਾ ਪਰਤਿਆ। ਪੂਰੋ ਰਸ਼ੀਦੇ ਦੀ ਸਰਾਂਦੀ ਵੱਲ ਭੋਏ ਉੱਤੇ ਬੈਠੀ ਬੈਠੀ ਮੰਜੀ ਦੀ ਟੇਕ ਲੈ ਕੇ ਸੌਂ ਗਈ ਹੋਈ ਸੀ। ਉਸਦੇ ਇੱਕ ਹੱਥ ਵਿੱਚ ਅਜੇ ਤੱਕ ਗਿੱਲੀ ਟਾਕੀ ਫੜੀ ਹੋਈ ਸੀ ਤੇ ਪੈਰਾਂ ਕੋਲ ਪਾਣੀ ਦਾ ਕਟੋਰਾ ਪਿਆ ਹੋਇਆ ਸੀ। ਰਸ਼ੀਦੇ ਨੇ ਭਰੇ ਹੋਏ ਜੀ ਨਾਲ ਪੂਰੋ ਦੇ ਮੂੰਹ ਵੱਲ ਤੱਕਿਆ। ਪੂਰੋ ਦਾ ਲੱਥਾ ਹੋਇਆ ਮੂੰਹ ਉਸ ਵੇਲੇ ਨੀਂਦਰ ਵਿੱਚ ਗੁਆਚਾ ਹੋਇਆ ਸੀ। ਆਪਣੀ ਸਾਰੀ ਬਿਮਾਰੀ, ਪੂਰੋ ਦੀ ਸਾਰੀ ਟਹਿਲ ਰਸ਼ੀਦੇ ਦੇ ਮਨ ਵਿੱਚ ਘੋਲ ਕਰਦੀ ਪਈ ਸੀ। ਬੀਤੀ ਹੋਈ ਰਾਤ ਦਾ ਔਖਾ ਵੇਲਾ ਰਸ਼ੀਦੇ ਨੇ ਪੂਰੋ ਦੇ ਮੂੰਹ ਉੱਤੋਂ ਤੇ ਕਟੋਰੇ ਤੇ ਟਾਕੀਆਂ ਉੱਤੋਂ ਚੰਗੀ ਤਰ੍ਹਾਂ ਵੇਖਿਆ। ਰਸ਼ੀਦੇ ਨੇ ਆਪਣਾ ਕਮਜ਼ੋਰ ਜਿਹਾ ਸੱਜਾ ਹੱਥ ਚੁੱਕ ਕੇ ਪੂਰੋ ਦੇ ਸਿਰ ਉੱਤੇ ਧਰ ਦਿੱਤਾ। ਪੂਰੋ ਦੇ ਖਿਲਰੇ ਹੋਏ ਵਾਲਾਂ ਵਿੱਚ ਰਸ਼ੀਦੇ ਦੀਆਂ ਉਂਗਲਾਂ ਹਿਲਦੀਆਂ ਰਹੀਆਂ। ਰਸ਼ੀਦੇ ਦੇ ਪੋਟੇ ਪੂਰੋ ਦੇ ਕੰਨਾਂ ਨੂੰ ਤੇ ਮੱਥੇ ਨੂੰ ਪੋਲੇ ਪੋਲੇ ਛੂੰਹਦੇ ਰਹੇ। ਪੂਰੋ ਦਾ ਸਾਰਾ ਬੁੱਤ ਨੀਂਦਰ ਦੀ ਝੋਲੀ ਵਿੱਚ ਡਿੱਗਾ ਹੋਇਆ ਸੀ। ਅੱਖੀਆਂ ਦੇ ਕੋਨਿਆਂ ਵਿੱਚੋਂ ਅੱਥਰੂ ਵਗ ਵਗ ਕੇ ਰਸ਼ੀਦੇ ਦੇ ਖੇਸ ਉੱਤੇ ਪੈਂਦੇ ਰਹੇ। ਰਸ਼ੀਦਾ ਇੱਕ ਅਜੀਬ ਜਿਹੇ ਸਵਾਦ ਵਿੱਚ ਜਾਗਦਾ ਰਿਹਾ। ਰਸ਼ੀਦੇ ਨੇ ਪੂਰੋ ਦੇ ਜਿਸਮ ਉੱਤੇ ਕਬਜ਼ਾ ਲੈ ਲਿਆ ਸੀ। ਰਸ਼ੀਦੇ ਨੂੰ ਇੱਕ ਹਿਰਸ ਸੀ ਕਿ ਪੂਰੋ ਦੀ ਰੂਹ ਵਿੱਚੋਂ ਵੀ ਉਹ ਸਾਰੇ ਹੱਕ ਲੈ ਲਵੇ। ਪੂਰੋ ਦੀਆਂ ਉਦਾਸੀਆਂ ਰਸ਼ੀਦੇ ਨੂੰ ਖੋ ਖੋ ਕੇ ਖਾਂਦੀਆਂ ਸਨ। ਇਸ ਵੇਲੇ ਪੂਰੋ ਟੁੱਟੀ ਹੋਈ ਗੰਦਲ ਵਾਂਗ ਰਸ਼ੀਦੇ ਦੀ ਮੰਜੀ ਨਾਲ ਲੱਗੀ ਹੋਈ ਸੀ। ਰਸ਼ੀਦੇ ਵਿੱਚ ਤਰਾਣ ਨਹੀਂ ਸੀ, ਪਰ ਰਸ਼ੀਦੇ ਨੂੰ ਇੱਕ ਵਲੇਲ ਪਿਆ ਆਉਂਦਾ ਸੀ ਕਿ ਉਹ ਪੂਰੋ ਨੂੰ ਕਲੇਜੇ ਨਾਲ ਘੁੱਟ ਲਵੇ। ਪਿਛਲਿਆਂ ਦਿਨਾਂ ਦੀ ਘੋਰ ਉਦਾਸੀ ਨਾਲ ਰਸ਼ੀਦੇ ਦਾ ਮਨ ਠੋਕਰਿਆ ਹੋਇਆ ਸੀ। ਇਸ ਘੜੀ ਰਸ਼ੀਦੇ ਨੂੰ ਪੂਰੋ ਦੇ ਮੂੰਹ ਉੱਤੋਂ ਪਿਆ ਲੱਭਦਾ ਸੀ ਕਿ ਪੂਰੋ ਦੇ ਤਨ ਮਨ ਵਿੱਚ ਰਸ਼ੀਦੇ ਤੋਂ ਬਿਨਾਂ ਕੁਝ ਨਹੀਂ ਸੀ। ਰਸ਼ੀਦੇ ਨੇ ਬਾਂਹ ਹੋਰ ਅਗਾਂਹ ਕਰਕੇ ਪੂਰੋ ਦੇ ਗਲ ਨਾਲ ਵਲਾ ਦਿੱਤੀ। ਬਾਂਹ ਸ਼ਾਇਦ ਜ਼ੋਰ ਦੀ ਕੁੱਟੀ ਗਈ। ਬਾਂਹ ਦੇ ਵਲ ਨੇ ਪੂਰੋ ਨੂੰ ਜਗਾ ਦਿੱਤਾ। ਪੂਰੋ ਤ੍ਰਹਿ ਗਈ, ਪਰ ਰਸ਼ੀਦਾ ਬੜੀਆਂ ਪੰਘਰੀਆਂ ਹੋਈਆਂ ਅੱਖਾਂ ਨਾਲ ਪੂਰੋ ਨੂੰ ਵੇਂਦਾ ਪਿਆ ਸੀ। ਪੂਰੇ 10 ਦਿਹਾੜੇ ਹੋ ਗਏ ਸਨ ਰਸ਼ੀਦੇ ਨੂੰ ਮੰਜੀ ਤੇ ਪਿਆ। ਰਸ਼ੀਦੇ ਦਾ ਤਾਪ ਪੈਰੋਂ ਪੈਰ ਲੈ ਗਿਆ। ਰਸ਼ੀਦਾ ਅੰਤਾਂ ਦਾ ਲਿੱਸਾ ਹੋ ਗਿਆ ਸੀ, ਪਰ ਰਸ਼ੀਦੇ ਦਾ ਮਨ ਡਾਢਾ ਚੰਮ ਲਿਆ ਹੋਇਆ ਸੀ। ਪੂਰੋ ਨੇ ਆਪਣਾ ਧਿਆਨ ਰਸ਼ੀਦੇ ਵੱਲ ਪਰਤਾ ਲਿਆ ਸੀ। ਰਸ਼ੀਦੇ ਦੇ ਕੋਲ ਬਹਿ ਬਹਿ ਕੇ ਪੂਰੋ ਨੇ ਦਿਨ ਰਾਤ ਇੱਕ ਕਰ ਛੱਡੇ ਸਨ। ਜਵੇਦ ਨੂੰ ਸਵਾਰ ਬਣਾ ਕੇ ਪੂਰੋ ਰਸ਼ੀਦੇ ਦੇ ਕੋਲ ਬਿਠਾ ਦਿੰਦੀ ਸੀ। ਜਵੇਦ ਨੂੰ ਨਿੱਕੇ ਨਿੱਕੇ ਬੋਲ ਸਿਖਾ ਦਿੰਦੀ ਸੀ।
ਜਾਵੇਦ ਰਸ਼ੀਦੇ ਦੇ ਦੁਆਲੇ ਰਿੜਦਾ ਰਿੜਦਾ ਉਸ ਦੀਆਂ ਨਕਲਾਂ ਲਾਂਦਾ ਸੀ। ਮਾਂ ਦੇ ਸਿਖਾਏ ਹੋਏ ਬੋਲਾਂ ਨੂੰ ਉਗੜ ਦੁਗੜ ਕਰਕੇ ਬੋਲਦਾ ਸੀ। ਰਸ਼ੀਦੇ ਦਾ ਮਨ ਉਗੜਿਆ ਹੋਇਆ ਸੀ। ਰਸ਼ੀਦੇ ਦਾ ਤਨ ਹੌਲਾ ਫੁੱਲ ਸੀ। ਰਸ਼ੀਦਾ ਮਨ ਹੀ ਮਨ ਵਿੱਚ ਆਪਣੀ ਬਿਮਾਰੀ ਨੂੰ ਦੁਆਵਾਂ ਦਿੰਦਾ ਸੀ। ਖੁਸ਼ੀ ਅੱਗੇ ਨਾਲੋਂ ਦੂਣੀ ਤੇ ਤੀਣੀ ਹੋ ਕੇ ਰਸ਼ੀਦੇ ਦੇ ਵਿਹੜੇ ਵਿੱਚ ਪਰਤ ਆਈ ਸੀ। ਪੂਰੋ ਦਾ ਦਿਲ ਕਰਨ ਲੱਗਾ ਕਿ ਕਿਸੇ ਦਿਨ ਸੱਚਮੁੱਚ ਹੀ ਉਹ ਭੁੱਲ ਜਾਵੇ ਕਿ ਰਸ਼ੀਦੇ ਨੇ ਉਹਦੇ ਨਾਲ ਕਹਿਰ ਕਮਾਇਆ ਸੀ। ਉਹ ਰਸ਼ੀਦੇ ਨੂੰ ਬੜਾ ਪਿਆਰ ਕਰੇ। ਰਸ਼ੀਦਾ ਉਹਦਾ ਖਾਵੰਦ ਸੀ। ਰਸ਼ੀਦਾ ਉਸਦੇ ਬੱਚੇ ਦਾ ਬਾਪ ਸੀ। ਬਸ ਇਹੋ ਇੱਕ ਸੱਚ ਸੀ, ਬਾਕੀ ਸਭ ਕੁਝ ਝੂਠ ਸੀ। ਇੱਕ ਹੋਰ ਪਿੰਜਰ। ਅਗਲੇ ਕੁਝ ਦਿਨਾਂ ਵਿੱਚ ਰਸ਼ੀਦੇ ਨੇ ਇੱਕ ਦੋ ਫੇਰੇ ਆਪਣੇ ਪਿੰਡ ਛੱਤੋਆਣੀ ਪਾ ਲਏ ਸਨ। ਉਹਦੇ ਭਰਾ ਨਾਲ ਜਿਹੜੀ ਉਹਦੀ ਸਾਂਝੀ ਜ਼ਮੀਨ ਸੀ, ਉਹਨੇ ਉਹਦਾ ਦਾਣਾ ਪੱਠਾ ਲੈ ਕੇ ਵੇਚ ਵੱਟ ਲਿਆ ਸੀ। ਪਰ ਪੂਰੋ ਜਿੱਦਣ ਦੀ ਸੱਕੜ ਵਾਲੇ ਆਈ ਸੀ, ਉਹਨੇ ਪਿੰਡੋਂ ਬਾਹਰ ਪੈਰ ਨਹੀਂ ਸੀ ਕੱਢਿਆ। ਕਦੇ ਰਸ਼ੀਦਾ ਕੁਝ ਆਂਦਾ ਤਾਂ ਪੂਰੋ ਹੱਸ ਕੇ ਕਹਿ ਛੱਡਦੀ, ਉਹ ਨਾ ਆਪਣੀ ਮਰਜ਼ੀ ਨਾਲ ਇਸ ਪਿੰਡ ਆਈ ਸੀ, ਨਾ ਆਪਣੀ ਮਰਜ਼ੀ ਨਾਲ ਇਸ ਪਿੰਡੋਂ ਜਾਏਗੀ। ਜਾਵੇਦ ਹੁਣ ਭੱਜਦਾ ਫਿਰਦਾ ਸੀ। ਰਸ਼ੀਦਾ ਉਂਝ ਮੁੱਢੋਂ ਹੀ ਸੁਭਾਅ ਦਾ ਨਰਮ ਸੀ। ਪੂਰੋ ਨੂੰ ਉਂਝ ਵੀ ਉਹ ਪਿਆਰ ਕਰਦਾ ਸੀ, ਪਰ ਜਾਵੇਦ ਨਾਲ ਉਹਨੂੰ ਓੜਕਾਂ ਦਾ ਪਿਆਰ ਸੀ। ਜਾਵੇਦ ਨੂੰ ਉਹ ਚੁੰਮ ਕੇ ਚੱਟ ਕੇ ਥੱਕਦਾ ਨਾ। ਜਾਵੇਦ ਹੁਣ ਆਲੀਆਂ ਭੋਲੀਆਂ ਗੱਲਾਂ ਵੀ ਕਰਦਾ ਸੀ। ਅੱਬਾ ਅੱਬਾ ਕਹਿੰਦਾ ਉਹ ਰਸ਼ੀਦੇ ਦੀਆਂ ਲੱਤਾਂ ਨਾਲ ਚਮੁੱਟ ਜਾਂਦਾ ਸੀ। ਪੂਰੋ ਚੁੱਲ੍ਹੇ ਨੂੰ ਚੀਕਣੀ ਮਿੱਟੀ ਨਾਲ ਪੋਚਦੀ। ਜਾਵੇਦ ਭੱਜਾ ਆ ਕੇ ਗਿੱਲੀ ਮਿੱਟੀ ਨੂੰ ਥਪੋਕਦਾ। ਪੂਰੋ ਦੇ ਬਣੇ ਹੋਏ ਚੁੱਲ੍ਹੇ ਨੂੰ ਵਿਗਾੜ ਜਾਂਦਾ। ਪੂਰੋ ਲੱਸੀ ਵਿੱਚ ਲੂਣ ਖੋਰ ਕੇ ਪੀਣ ਲੱਗਦੀ। ਜਾਵੇਦ ਹਲਦੀ ਤੇ ਮਿਰਚਾਂ ਉਹਦੀ ਲੱਸੀ ਦੇ ਛੰਨੇ ਵਿੱਚ ਘੱਤ ਦਿੰਦਾ। ਜਾਵੇਦ ਤਾਕਾਂ ਓਲੇ ਛਿਪਦਾ ਰਹਿੰਦਾ। ਰਸ਼ੀਦਾ ਉਹਨੂੰ ਲੱਭਦਾ ਰਹਿੰਦਾ। ਜਾਵੇਦ ਦੇ ਨਿੱਕੇ ਨਿੱਕੇ ਹਾਸਿਆਂ ਨਾਲ ਰਸ਼ੀਦਾ ਮੱਕੀ ਦੇ ਦਾਣਿਆਂ ਵਾਂਗੂ ਖਿੜਦਾ ਰਹਿੰਦਾ। ਇੱਕ ਦਿਹਾੜੇ ਘੁੱਗੂ ਘੋੜੇ ਲੈ ਕੇ ਇੱਕ ਤ੍ਰੀਮਤ ਗਲੀਆਂ ਵਿੱਚ ਵੇਚਦੀ ਪਈ ਸੀ। ਜਾਵੇਦ ਨੇ ਮਿੱਟੀ ਦੇ ਨਿੱਕੇ ਖਿਡੌਣਿਆਂ ਤੇ ਕਾਨਿਆਂ ਦੇ ਛੁਣਛੁਣਿਆਂ ਨੂੰ ਤੱਕਿਆ। ਪੂਰੋ ਦਾ ਪੱਲਾ ਖਿੱਚਣ ਲੱਗਾ। ਪੂਰੋ ਨੇ ਦਾਣਿਆਂ ਦੀ ਮੁੱਠ ਤੇ ਪੁਰਾਣੇ ਲੀੜੇ ਤੋਂ ਘੁੱਗੂ ਘੋੜੇ ਲੀਤੇ ਤੇ ਉਹ ਅਜੇ ਗਲੀ ਵਿੱਚ ਹੀ ਬੈਠੀ ਹੋਈ ਸੀ ਕਿ ਦੂਰੋਂ ਭੱਜਦੀ ਇੱਕ ਝੱਲੀ ਤ੍ਰੀਮਤ ਲੰਘੀ। ਜ਼ਨਾਨੀਆਂ ਨੇ ਦੌੜ ਕੇ ਆਪਣੇ ਬੱਚੇ ਛੁਪਾ ਲਏ। ਬੂਹੇ ਭੀੜ ਲਏ। ਅਣਜਾਣੇ ਚੀਕਣ ਲੱਗ ਪਏ। ਝੱਲੀ ਤ੍ਰੀਮਤ ਦੇ ਤੇੜ ਪਿੰਨੀਆਂ ਤੀਕਰ ਉੱਚੀ ਇੱਕ ਸੁੱਥਣ ਸੀ। ਗਲ ਉਹਦੇ ਅਸਲੋਂ ਕੁਝ ਨਹੀਂ ਸੀ। ਰੰਗ ਉਹਦਾ ਖੁਰੇ ਧੁੱਪਾਂ ਨਾਲ ਝੁਲਸਿਆ ਹੋਇਆ ਸੀ ਕਿ ਉਂਝੇ ਹੀ ਕਾਲਾ ਸੀ। ਉਹਦੇ ਸਿਰ ਉੱਤੇ ਵਾਲਾਂ ਦੀਆਂ ਜਲੂਟੀਆਂ ਵੱਜ ਗਈਆਂ ਸਨ, ਜਿਵੇਂ ਉਹ ਜਦੋਂ ਦੀ ਜੰਮੀ ਸੀ ਕਦੇ ਨਹਾਤੀ ਨਹੀਂ ਸੀ, ਕਦੇ ਧੋਤੀ ਨਹੀਂ ਸੀ। ਲੱਤਾਂ ਨੂੰ ਅਜੀਬ ਤਰ੍ਹਾਂ ਮਰੋੜਦੀ ਸੀ। ਬਾਹਾਂ ਨੂੰ ਉਹ ਅਜੀਬ ਤਰ੍ਹਾਂ ਖਿਲਾਰਦੀ ਸੀ। ਤੁਰਦੀ ਵੀ ਦੌੜਦੀ ਲੱਗਦੀ ਸੀ। ਉਹਦੇ ਮੂੰਹ ਵੱਲ ਤੱਕਿਆਂ ਉਹਦੇ ਡਰਾਉਣੇ ਹਾਸੇ ਵਿੱਚ ਖਿਲਰੇ ਹੋਏ ਦੰਦਾਂ ਉੱਤੇ ਹੀ ਨਜ਼ਰ ਜਾਂਦੀ ਸੀ। ਉਹਦੇ ਸੁੱਕੇ ਸੜੇ ਪਿੰਡੇ ਤੋਂ ਉਹਦੀ ਉਮਰ ਦਾ ਕੋਈ ਅੰਦਾਜ਼ਾ ਨਹੀਂ ਸੀ ਲੱਗਦਾ। ਇੱਕ ਪਿੰਜਰ ਦੌੜਦਾ ਫਿਰਦਾ ਸੀ। ਪੂਰੋ ਤੱਕਦੀ ਖਲੋਤੀ ਰਹੀ। ਝੱਲੀ ਦੌੜਦੀ ਆਈ ਤੇ ਖਿਡੌਣੇ ਵੇਚਣ ਵਾਲੀ ਗੁਲੇਲੀ ਦੇ ਛੱਜ ਵਿੱਚੋਂ ਘੁੱਗੂ ਘੋੜਿਆਂ ਦੀਆਂ ਦੋਵੇਂ ਮੁੱਠਾਂ ਭਰ ਕੇ ਨੱਸ ਗਈ। ਉਹਦੇ ਡਰਾਉਣੇ ਤੇ ਚੀਕਦੇ ਹਾਸੇ ਦੀ ਆਵਾਜ਼ ਦੇਰ ਤੱਕ ਗਲੀ ਵਿੱਚ ਗੂੰਜਦੀ ਰਹੀ। ਝੱਲੀ ਨੱਸ ਗਈ। ਜ਼ਨਾਨੀਆਂ ਫੇਰ ਬੂਹੇ ਖੋਲ੍ਹ ਕੇ ਬਾਹਰ ਆ ਗਈਆਂ। ਖਿਡੌਣਿਆਂ ਵਾਲੀ ਗੁਲੇਲੀ ਆਪਣੇ ਊਣੇ ਛੱਜ ਨੂੰ ਤੱਕਦੀ ਰਹੀ। ਜ਼ਨਾਨੀਆਂ ਹੱਸਦੀਆਂ ਰਹੀਆਂ ਕਿ ਉਹ ਝੱਲੀ ਘੁੱਗੂ ਘੋੜਿਆਂ ਤੇ ਛਣਕਣਿਆਂ ਨਾਲ ਕਿਹਨੂੰ ਖਿਡਾਏਗੀ। ਝੱਲੀ ਸਾਰਾ ਦਿਨ ਪਾਉਂਦੀ ਖੇਤਾਂ ਵਿੱਚ ਲੱਗੀ ਫਿਰਦੀ। ਪੈਲੀਆਂ ਵਿੱਚੋਂ ਹੀ ਕੁਝ ਭੰਨਦੀ ਤੋੜਦੀ ਖਾਂਦੀ। ਕਈ ਵਾਰ ਜ਼ਨਾਨੀਆਂ ਇੱਕ ਦੋ ਰੋਟੀਆਂ ਬੈਠੀ ਹੋਈ ਝੱਲੀ ਦੇ ਅੱਗੇ ਸੁੱਟ ਦਿੰਦੀਆਂ, ਉਹ ਚੱਬ ਜਾਂਦੀ। ਕਈ ਵਾਰ ਜ਼ਨਾਨੀਆਂ ਕੋਈ ਅੱਧੋ ਰਾਣਾ ਝੱਗਾ ਉਹਦੇ ਗਲ ਪਵਾ ਦਿੰਦੀਆਂ। ਝੱਲੀ ਖਿੜਖਿੜ ਹੱਸਦੀ, ਝੱਗਾ ਪਾਈ ਰੱਖਦੀ, ਫਿਰ ਉਸਦੇ ਬਟਨ ਤੋੜ ਛੱਡਦੀ। ਫਿਰ ਕਿਸੇ ਦਿਨ ਝੱਗੇ ਨੂੰ ਦੰਦਾਂ ਨਾਲ ਪਾੜ ਛੱਡਦੀ। ਲੀਰਾਂ ਉਹਦੇ ਗਲ ਵਿੱਚ ਲਮਕਦੀਆਂ ਰਹਿੰਦੀਆਂ। ਫਿਰ ਝੱਲੀ ਉਹਨਾਂ ਲੀਰਾਂ ਨੂੰ ਵੀ ਧਰੂ ਕੇ ਆਪਣੇ ਨਾਲੋਂ ਲਾਹ ਛੱਡਦੀ। ਕਦੇ ਆਪਣੇ ਪਿੰਡੇ ਉੱਤੋਂ ਸਭੋ ਕੁਝ ਲਾਹ ਸੁੱਟਦੀ। ਫਿਰ ਜ਼ਨਾਨੀਆਂ ਕੋਈ ਪਾਟੀ ਪੁਰਾਣੀ ਸੁੱਥਣ, ਕੋਈ ਪਾਟਾ ਪੁਰਾਣਾ ਝੱਗਾ ਉਹਦੇ ਦੁਆਲੇ ਪਵਾਉਂਦੀਆਂ। ਝੱਲੀ ਹੁਣ ਪਿੰਡ ਸੱਕੜ ਆਲੇ ਵਿੱਚ ਜਿਵੇਂ ਰਚ ਮਿਚ ਗਈ ਸੀ। ਉਸ ਨੂੰ ਰੋਜ਼ ਵੇਖਣ ਦੀ ਸਾਰਿਆਂ ਨੂੰ ਆਦਤ ਪੈ ਗਈ ਸੀ। ਕਈ ਵਾਰ ਪਿੰਡ ਦੇ ਛੋਟੇ ਮੁੰਡੇ ਉਹਦੇ ਮਗਰ ਲੱਗ ਜਾਂਦੇ, ਤੌੜੀਆਂ ਮਾਰਦੇ, ਉਹਨੂੰ ਭਜਾਉਂਦੇ, ਆਪ ਉਹਦੇ ਪਿੱਛੇ ਭੱਜਦੇ। ਫਿਰ ਰਾਹ ਜਾਂਦਾ ਕੋਈ ਸਿਆਣਾ ਬਿਆਣਾ ਮੁੰਡਿਆਂ ਨੂੰ ਝਿੜਕਦਾ, ਮੁੰਡੇ ਉਹਦੇ ਮਗਰੋਂ ਲੈ ਜਾਂਦੇ। ਨਿੱਕੇ ਬਾਲਾਂ ਨੇ ਜ਼ਿੱਦਾਂ ਕਰਨੀਆਂ ਛੱਡ ਦਿੱਤੀਆਂ। ਮਾਵਾਂ ਉਸ ਝੱਲੀ ਦਾ ਡਰਾਵਾ ਦਿੰਦੀਆਂ, ਝੱਲੀ ਫੜ ਕੇ ਲੈ ਜਾਏਗੀ। ਰੋਂਦੇ ਬਾਲ ਸਹਿਮ ਕੇ ਚੁੱਪ ਕਰ ਜਾਂਦੇ। ਝੱਲੀ ਕਿਸੇ ਢਾਰੇ ਹੇਠਾਂ ਪੈ ਰਹਿੰਦੀ। ਕਈ ਵਾਰ ਕੋਈ ਪਾਣੀ ਦਾ ਪਿਆਲਾ ਉਹਦੇ ਕੋਲ ਧਰ ਜਾਂਦਾ। ਕਈ ਵਾਰ ਕੋਈ ਰੋਟੀ ਦੇ ਟੁੱਕਰ ਉਹਦੇ ਸਿਰਹਾਣੇ ਰੱਖ ਦਿੰਦਾ। ਕਿਸੇ ਤਰਸ ਵਾਲੇ ਨੇ ਇੱਕ ਪਾਟਾ ਜੁੱਲਾ ਇੱਕ ਢਾਰੇ ਹੇਠਾਂ ਧਰ ਛੱਡਿਆ। ਝੱਲੀ ਨੇਮ ਨਾਲ ਉੱਥੇ ਜਾ ਕੇ ਰਾਤੀ ਪੈ ਰਹਿੰਦੀ। ਝੱਲੀ ਬਸ ਭੱਜਦੀ ਸੀ ਤੇ ਹੱਸਦੀ ਸੀ। ਕਿਸੇ ਦੇ ਬਾਲ ਨੂੰ ਕੋਈ ਮਾੜੀ ਚੰਗੀ ਨਹੀਂ ਸੀ ਕਹਿੰਦੀ। ਕਿਸੇ ਦੀ ਚੀਜ਼ ਵਸਤ ਨੂੰ ਕਦੇ ਹੱਥ ਨਹੀਂ ਸੀ ਲਾਉਂਦੀ। ਡਿੱਗੇ ਢੱਠੇ ਭੋਰਿਆਂ ਨੂੰ ਚੁੱਕ ਲੈਂਦੀ, ਪੁੰਜਾਂ ਨੂੰ ਚੱਟ ਲੈਂਦੀ। ਕੁਝ ਹੀ ਦਿਨਾਂ ਵਿੱਚ ਸਾਰਿਆਂ ਨੇ ਤੱਕਿਆ ਤੇ ਪੂਰੋ ਨੇ ਹੈਰਾਨ ਪਰੇਸ਼ਾਨ ਹੋ ਕੇ ਤੱਕਿਆ।
ਝੱਲੀ ਦਾ ਨੰਗਾ ਪੇਟ ਇੱਕ ਉਭਾਰ ਵਿੱਚ ਆਉਂਦਾ ਪਿਆ ਸੀ। ਸਾਰੇ ਪਿੰਡ ਦੀਆਂ ਜ਼ਨਾਨੀਆਂ ਜਿਵੇਂ ਸ਼ਰਮਾ ਗਈਆਂ ਹੋਣ। ਝੱਲੀ ਨਾ ਕੁਝ ਬੋਲਦੀ ਸੀ, ਨਾ ਦੱਸਦੀ ਸੀ। ਝੱਲੀ ਦਾ ਪਿੰਡਾ ਦਿਨੋਂ ਦਿਨ ਭਰਦਾ ਜਾਂਦਾ ਸੀ। ਝੱਲੀ ਦੀਆਂ ਵੱਖੀਆਂ ਦਿਨੋਂ ਦਿਨ ਕੱਸੀਆਂ ਪਈਆਂ ਜਾਂਦੀਆਂ ਸਨ। ਜ਼ਨਾਨੀਆਂ ਦਾ ਜੀ ਕਰਦਾ ਸੀ ਉਹ ਝੱਲੀ ਨੂੰ ਢੱਕ ਰੱਖਣ, ਉਹ ਝੱਲੀ ਨੂੰ ਕਿਸੇ ਭੋਰੇ ਵਿੱਚ ਪਾ ਦੇਣ। ਝੱਲੀ ਦੇ ਧਿਆਨ ਵਿੱਚ ਕੁਝ ਨਹੀਂ ਆਉਂਦਾ ਸੀ। ਝੱਲੀ ਉਵੇਂ ਦੀ ਉਵੇਂ ਹੱਸਦੀ ਰਹਿੰਦੀ ਸੀ। ਝੱਲੀ ਉਵੇਂ ਦੀ ਉਵੇਂ ਭੱਜਦੀ ਰਹਿੰਦੀ ਸੀ। ਇੱਕ ਦਿਨ 2-4 ਮਰਦਾਂ ਨੇ ਰਲ ਕੇ ਝੱਲੀ ਨੂੰ ਤੁਰਾਂਦਿਆਂ ਪਿੰਡੋਂ ਬਾਹਰ ਜਾ ਕੇ ਛੱਡ ਦਿੱਤਾ। ਉੱਤੋਂ ਡੂੰਘੀਆਂ ਤਰਕਾਲਾਂ ਪੈ ਗਈਆਂ ਸਨ। ਉਸ ਰਾਤ ਝੱਲੀ ਕਿਸੇ ਨੂੰ ਨਾ ਦਿਸੀ। ਸਾਰਿਆਂ ਨੇ ਸੋਚਿਆ ਹੁਣ ਝੱਲੀ ਇਸ ਪਿੰਡੋਂ ਤੁਰ ਗਈ ਸੀ। ਅੱਖੋਂ ਓਹਲੇ ਤੇ ਦਿਲੋਂ ਓਹਲੇ। ਝੱਲੀ ਹੁਣ ਹੋਰ ਪਿੰਡ ਤੁਰ ਜਾਵੇਗੀ। ਦੂਸਰੀ ਦਿਹਾੜ ਅਜੇ ਅੱਧੀ ਹੀ ਲੰਘੀ ਸੀ। ਝੱਲੀ ਉਂਝੇ ਦੀ ਉਂਝੇ ਪਿੰਡ ਦੀਆਂ ਜੂਹਾਂ ਵਿੱਚ ਭੌਂਦੀ ਪਈ ਸੀ। ਝੱਲੀ ਉਂਝੇ ਦੀ ਉਂਝੇ ਪਿੰਡ ਦੀਆਂ ਪੈਲੀਆਂ ਵਿੱਚ ਹੱਸਦੀ ਪਈ ਸੀ। ਉਹ ਕਿਹੋ ਜਿਹਾ ਮਰਦ ਹੋਵੇਗਾ, ਉਹ ਕਿਹੋ ਜਿਹਾ ਵਹਿਸ਼ੀ ਹੋਵੇਗਾ ਜਿਹਨੇ ਇਹੋ ਜਿਹੀ ਝੱਲੀ ਤਰੀਮਤ ਦਾ ਇਹ ਹਾਲ ਕਰ ਦਿੱਤਾ। ਸਾਰੀਆਂ ਔਰਤਾਂ ਤਰਾਸ ਕਰਦੀਆਂ, ਸਾਰੀਆਂ ਦਾ ਜੀ ਕਚਿਆ ਜਾਂਦਾ। ਜਿਸ ਦੇ ਪੱਲੇ ਨਾ ਹੁਸਨ ਸੀ ਨਾ ਜਵਾਨੀ ਸੀ, ਮਾਸ ਦਾ ਇੱਕ ਬੁੱਤ ਵੀ ਹੋਸ਼ ਵਿੱਚ ਨਹੀਂ ਸੀ, ਸਿਰਫ ਜਿਉਂਦੀਆਂ ਹੱਡੀਆਂ ਦਾ ਇੱਕ ਪਿੰਜਰ, ਇੱਕ ਝੱਲਾ ਪਿੰਜਰ। ਚੀਲਾਂ ਨੇ ਉਸ ਨੂੰ ਵੀ ਚੂੰਡ ਕੇ ਖਾ ਲਿਆ। ਪੂਰੋ ਸੋਚ ਕੇ ਥੱਕ ਜਾਂਦੀ। ਝੱਲੀ ਦਾ ਪੇਟ ਦਿਨੋਂ ਦਿਨ ਵੱਧਦਾ ਜਾਂਦਾ ਸੀ।